ਇਹ ਕਿਤਾਬ ਕੋਈ ਆਮ ਨਹੀਂ ਹੈ ਜੋ ਤੁਹਾਡੇ ਹੱਥਾਂ ਦੇ ਵਿੱਚ ਆ। ਇਹ ਯਹੋਵਾ ਦਾ ਦਿਲ ਹੈ। ਤੁਸੀਂ ਕਿਸੇ ਨੂੰ ਕਦੋਂ ਸਮਝ ਸਕਦੇ ਆ? ਜਦ ਤੁਸੀਂ ਉਹਦੇ ਦਿਲ ਨੂੰ ਸਮਝ ਜਾਂਦੇ ਆ। ਆਮੀਨ। ਕਿੰਨੇ ਜਣਾਂ ਦਾ ਧਿਆਨ ਨਹੀਂ ਹੈ? ਸਾਹਮਣੇ ਬੋਲੀਏ ਹਾਲੇਲੂਇਆ। ਥੈਂਕ ਯੂ ਜੀਸਸ। ਕਿੱਧਰ ਦੇਖ ਰਹੇ ਹੋ ਫਿਰ? ਲੈਫਟ ਰਾਈਟ। ਆਮੀਨ। ਅੱਜ ਇਦਾਂ ਹੀ ਦੇਖਣਾ ਪੈਣਾ। ਤਬੀਅਤ ਕੋਈ ਠੀਕ ਨਹੀਂ ਹੈ, ਇਸ ਕਰਕੇ ਬੈਠ ਕੇ ਮੈਂ ਪ੍ਰਚਾਰ ਕਰੂੰਗਾ। ਤੁਹਾਡੇ ਕੰਨ ਸਾਹਮਣੇ ਹੋਣੇ ਚਾਹੀਦੇ ਆ। ਮੈਂ ਦਿਖਾ ਨਾ ਦਿਖਾ, ਤੁਹਾਨੂੰ ਆਵਾਜ਼ ਜ਼ਰੂਰ ਆਣੀ ਚਾਹੀਦੀ ਹੈ ਕਿ ਅੱਜ ਖੁਦਾ ਦਾ ਵਚਨ ਤੁਹਾਡੇ ਨਾਲ ਗੱਲ ਕੀ ਕਰ ਰਿਹਾ। ਹਾਲੇਲੂਇਆ। ਖੁਦਾ ਦੇ ਵਚਨ 'ਚ ਲਿਖਿਆ ਕਿ ਉਹ ਆਪਣੇ ਕਲਾਮ ਨੂੰ ਭੇਜ ਕੇ, ਆਪਣੇ ਵਚਨ ਨੂੰ ਭੇਜ ਕੇ ਆਪਣੇ ਲੋਕਾਂ ਨੂੰ ਆਉਣ ਵਾਲੀ ਤਬਾਹੀ ਤੋਂ ਕੀ ਕਰਦਾ ਆ? ਬਚਾਉਂਦਾ ਆ। ਤਾਂ ਜਦ ਵੀ ਤੁਹਾਨੂੰ ਮੌਕਾ ਮਿਲਦਾ ਆ ਵਚਨ ਨੂੰ ਸੁਣਨ ਦਾ, ਤਾਂ ਪੂਰੇ ਉਤਸ਼ਾਹ ਦੇ ਨਾਲ, ਦਲੇਰੀ ਦੇ ਨਾਲ, ਆਨੰਦ ਦੇ ਨਾਲ ਵਚਨ ਨੂੰ ਸੁਣਿਆ ਕਰੋ। ਵਚਨ ਦਾ ਹਿੱਸਾ ਕਦੇ ਵੀ ਇਦਾਂ ਦਾ ਨਹੀਂ ਤੁਹਾਡੇ ਜੀਵਨ ਦੇ ਵਿੱਚ ਹੋਣਾ ਚਾਹੀਦਾ ਕਿ ਉਹ ਹੁਣ ਫਿਰ ਅੱਧਾ ਘੰਟਾ ਹੱਲੇ ਬੈਠਣਾ ਪਊਗਾ, ਵਚਨ ਸੁਣਨਾ ਪਊਗਾ, ਫਿਰ ਪ੍ਰਾਰਥਨਾ ਹੋਏਗੀ। ਉਹ ਵਚਨ ਨਹੀਂ ਆ। ਹੀਲਿੰਗ ਬਾਅਦ ਦੇ ਵਿੱਚ ਹੋਣ ਦਾ ਕਾਰਨ ਕੀ ਆ? ਹੀਲਿੰਗ ਪ੍ਰੇਅਰ ਬਾਅਦ ਦੇ ਵਿੱਚ ਕਿਉਂ ਹੁੰਦੀ ਆ? ਕਿਉਂਕਿ ਹੀਲਿੰਗ ਤੋਂ ਪਹਿਲਾਂ ਵਚਨ ਦਾ ਹੋਣਾ ਜ਼ਰੂਰੀ ਆ। ਹੱਥ ਰੱਖਣਾ ਵੀ ਉੱਥੇ ਹੀ ਕੰਮ ਆਉਂਦਾ ਵਾ ਜਿੱਥੇ ਵਚਨ ਹੋਏਗਾ। ਪਹਿਲਾਂ ਪਰਮੇਸ਼ਵਰ ਆਪਣੇ ਵਚਨ ਦੇ ਦੁਆਰਾ ਤੁਹਾਨੂੰ ਭਰਦਾ ਆ। ਪਹਿਲਾਂ ਤੁਸੀਂ ਆਰਾਧਨਾ ਨਾਲ ਭਰਦੇ ਆ, ਫਿਰ ਵਚਨ ਨਾਲ ਭਰਦੇ ਆ, ਫਿਰ ਸਾਮਰਥ ਦੀ ਲੋੜ ਆ। ਉਹ ਸਾਮਰਥ ਖੁਦਾ ਤੁਹਾਡੇ ਉੱਪਰ ਉਤਾਰਦਾ ਆ, ਤੁਸੀਂ ਹੀਲ ਹੋ ਜਾਂਦੇ ਆ। ਪਰ ਜਿਹੜੇ ਲੋਕ ਵਚਨ ਨੂੰ ਅਣਗੌਲਿਆਂ ਕਰਦੇ ਆ, ਇੱਧਰ ਉੱਧਰ ਦੇਖ ਕੇ ਟਾਈਮ ਲਗਾ ਦਿੰਦੇ ਆ, ਉਹ ਚਾਹੇ 10 ਵਾਰੀ ਹੱਥ ਰਖਾ ਲੈਣ, ਉਹਨਾਂ ਦੇ ਲਈ ਕੁਝ ਹੋਣ ਵਾਲਾ ਨਹੀਂ। ਹਾਲੇਲੂਇਆ। ਭਵਿੱਖਬਾਣੀ, ਚੰਗਿਆਈ, ਛੁਟਕਾਰਾ, ਬਰਕਤ, ਆਜ਼ਾਦੀ, ਇਹ ਸਭ ਕੁਝ ਇਹਦਾ ਮੂਲ ਕਾਰਨ ਸਿਰਫ ਵਚਨ ਹੈ। ਅਗਰ ਵਚਨ ਹੋਏਗਾ ਤੁਹਾਡੇ ਕੋਲ, ਇਹ ਸਾਰੀਆਂ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਹਾਲੇਲੂਇਆ। ਖੁਦਾ ਨੇ ਕਿਹਾ ਸਭ ਤੋਂ ਪਹਿਲਾਂ ਮੇਰੇ ਧਰਮ ਦੇ ਰਾਜ ਦੀ ਖੋਜ ਕਰ ਤੇ ਸਭ ਵਸਤੂਆਂ ਤੇਰੇ ਪਿੱਛੇ ਪੈ ਕੇ ਤੈਨੂੰ ਮਿਲਣਗੀਆਂ। ਤੇ ਧਰਮ ਦੇ ਰਾਜ ਨੂੰ ਖੋਜ ਕਰਨ ਦਾ ਪਹਿਲਾ ਸਟੈਪ ਕਿਹੜਾ ਆ? ਖੁਦਾ ਦੇ ਵਚਨ ਨੂੰ ਜਾਣਨਾ। ਅਗਰ ਤੁਸੀਂ ਖੁਦਾ ਨੂੰ ਜਾਣਨਾ ਚਾਹੁੰਦੇ ਆ ਤਾਂ ਵਚਨ ਨੂੰ ਜਾਣਨਾ ਸ਼ੁਰੂ ਕਰੋ। ਅੱਜ ਬਹੁਤ ਸਾਰੇ ਲੋਕ, ਕਿੰਨੇ ਜਣੇ ਅੱਜ ਯਿਸੂ ਮਸੀਹ ਦੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ? ਕਿੱਦਾਂ ਕਰ ਸਕਦੇ ਹੋ ਤੁਸੀਂ? ਵਚਨ ਦੇ ਦੁਆਰਾ। ਲਿਖਿਆ ਆਦ ਦੇ ਵਿੱਚ ਸ਼ਬਦ ਸੀ, ਜਦ ਹਾਲੇ ਉਹ ਦੇਹਧਾਰੀ ਨਹੀਂ ਸੀ ਹੋਇਆ, ਸਿਰਫ ਉਹ ਸ਼ਬਦ ਸੀਗਾ। ਫਿਰ ਉਹ ਦੇਹਧਾਰੀ ਹੋ ਕੇ ਆਇਆ, ਉਹਨੇ ਆਪਣੇ ਆਪ ਨੂੰ ਦਿਖਾਇਆ ਵੀ। ਦਿਖਾਉਣ ਤੋਂ ਬਾਅਦ ਉਹ ਫਿਰ ਸਵਰਗ ਲੈ ਲਿਆ ਗਿਆ। ਉਹ ਦੇਹ ਤੋਂ ਫਿਰ ਸ਼ਬਦ ਬਣ ਗਿਆ। ਅੱਜ ਜੋ ਲੋਕ ਯਿਸੂ ਮਸੀਹ ਦੇ ਨਾਲ ਗੱਲ ਕਰਨੀ ਚਾਹੁੰਦੇ ਆ, ਉਹਨਾਂ ਨੂੰ ਆਪਣੇ ਵਚਨ ਨੂੰ ਉਠਾਉਣਾ ਪਵੇਗਾ। ਉਹਨਾਂ ਨੂੰ ਆਪਣੀ ਬਾਈਬਲ ਨੂੰ ਲੈਣਾ ਪਵੇਗਾ, ਇਹਨੂੰ ਪੜ੍ਹਨਾ ਪਵੇਗਾ। ਇਹਦੇ ਵਿੱਚੋਂ ਤੁਹਾਨੂੰ ਪਤਾ ਲੱਗੇਗਾ ਕਿ ਖੁਦ ਯਿਸੂ ਮਸੀਹ ਤੁਹਾਡੇ ਨਾਲ ਗੱਲਾਂ ਕਰ ਰਿਹਾ ਹੈ। ਅੱਜ ਉਹ ਆਸੇ-ਪਾਸੇ ਦੇਖਣ ਦੀ ਕੋਸ਼ਿਸ਼ ਕਰਦੇ ਆ। ਕੋਈ ਵਿਅਕਤੀ ਆਏਗਾ ਯਿਸੂ ਮਸੀਹ ਦੀ ਤਰ੍ਹਾਂ, ਉਹ ਗੱਲ ਕਰੇਗਾ। ਯਿਸੂ ਮਸੀਹ ਤੁਹਾਡੇ ਦਿਲਾਂ ਦੇ ਵਿੱਚ ਆ, ਤੁਹਾਡੇ ਹੱਥਾਂ ਦੇ ਵਿੱਚ ਆ, ਤੁਹਾਡੇ ਘਰਾਂ ਦੇ ਵਿੱਚ ਆ। ਬਸ ਉਹਨੂੰ ਪਹਿਚਾਨਣ ਦੀ ਲੋੜ ਆ। ਹਾਲੇਲੂਇਆ। ਆਈਏ ਅੱਜ ਅਸੀਂ ਵਚਨ ਦੇ ਵੱਲ ਚੱਲਦੇ ਹਾਂ, ਔਰ ਤੁਹਾਡੇ ਕੰਨ ਜਿਹੜੇ ਆ ਖੁਦਾ ਦੇ ਵੱਲ ਹੋਣੇ ਚਾਹੀਦੇ, ਇਸ ਵਚਨ ਦੇ ਵੱਲ ਹੋਣੇ ਚਾਹੀਦੇ ਆ। ਮੇਰਾ ਵਿਸ਼ਵਾਸ ਹੈ ਕਿ ਅੱਜ ਦੇ ਵਚਨ ਤੋਂ ਬਾਅਦ ਤੁਹਾਡੀਆਂ ਜਿਹੜੀਆਂ 99% ਪ੍ਰੋਬਲਮਾਂ ਜੋ ਖਤਮ ਹੋ ਜਾਣੀਆਂ ਯਿਸੂ ਦੇ ਸਾਮਰਥੀ ਨਾਮ ਦੇ ਦੁਆਰਾ। 99% ਤੁਹਾਡੀਆਂ ਮੁਸ਼ਕਲਾਂ ਦਾ ਹੱਲ ਅੱਜ ਹੋ ਜਾਣਾ ਯਿਸੂ ਦੇ ਸਾਮਰਥੀ ਨਾਮ ਦੇ ਦੁਆਰਾ। ਹਾਲੇਲੂਇਆ। ਸਮਝ ਅਤੇ ਬੁੱਧ ਮਨੁੱਖ ਦੇ ਜੀਵਨ ਦਾ ਇੱਕ ਉਹ ਅਹਿਮ ਹਿੱਸਾ ਆ ਜਿੰਦੇ ਤੋਂ ਬਿਨਾ ਚੱਲ ਹੀ ਨਹੀਂ ਸਕਦਾ। ਹਾਂ ਜਾਂ ਨਾ? ਅਗਰ ਕਿਸੇ ਦੇ ਕੋਲ ਸਮਝ ਨਹੀਂ ਹੈਗੀ, ਬੁੱਧ ਨਹੀਂ ਹੈਗੀ, ਤਾਂ ਤੁਸੀਂ ਉਹਨੂੰ ਕੀ ਕਹਿੰਦੇ ਆ? ਇਹ ਕੌਣ ਆ? ਮੈਂਟਲ। ਇਹੀ ਕਹਿੰਦੇ ਆ ਨਾ, ਇਹ ਮੈਂਟਲੀ ਅਪਸੈਟ ਲੱਗਦਾ, ਇਹਨੂੰ ਸਮਝ ਹੀ ਹੈ ਨਹੀਂ, ਬੁੱਧ ਹੈ ਨਹੀਂ ਇਸ ਨੂੰ। ਪਰ ਪਵਿੱਤਰ ਵਚਨ ਦੇ ਵਿੱਚ ਲਿਖਿਆ ਹੋਇਆ ਆ, ਅਗਰ ਕਿਸੇ ਨੂੰ ਸਮਝ ਅਤੇ ਬੁੱਧ ਦਾ ਘਾਟਾ ਆ ਤਾਂ ਉਹ ਯਹੋਵਾ ਦੇ ਕੋਲੋਂ ਮੰਗੇ, ਜਿਹੜਾ ਬਿਨਾਂ ਉਲਾਮੇ ਦੇ ਆਪਣੇ ਮੰਗਣ ਵਾਲਿਆਂ ਨੂੰ ਦਿੰਦਾ ਹੈ। ਹਾਲੇਲੂਇਆ। ਲਾਸਟ ਤੱਕ ਆਵਾਜ਼ ਆ ਰਹੀ ਹੈ ਸਭ ਨੂੰ? ਜਿੰਨੇ ਲਾਸਟ ਤੇ ਬੈਠੇ ਹੋਏ ਆ, ਆਵਾਜ਼ ਆ ਰਹੀ ਹੈ ਕਲੀਅਰ ਤੁਹਾਨੂੰ ਸਭ ਨੂੰ? ਤੁਹਾਡਾ ਧਿਆਨ ਸਾਹਮਣੇ ਹੋਣਾ ਚਾਹੀਦਾ ਹੈ। ਮੈਂ ਚਾਹੁੰਦਾ ਕਿ ਅੱਜ ਜੋ ਵਚਨ ਦੇ ਕੇ ਖੁਦਾ ਨੇ ਤੁਹਾਡੇ ਲਈ ਭੇਜਿਆ ਆ, ਉਹ ਤੁਹਾਡੇ ਜੀਵਨਾਂ ਦੇ ਵਿੱਚ ਫਲ ਨੂੰ ਲੈ ਕੇ ਆ ਸਕੇ। ਹਾਲੇਲੂਇਆ। ਸਮਝ ਅਤੇ ਬੁੱਧ ਤੋਂ ਬਿਨਾਂ ਕੋਈ ਹੱਲ ਵੀ ਨਹੀਂ ਹੈਗਾ। ਵਚਨ ਦੇ ਵਿੱਚ ਲਿਖਿਆ ਹੈ ਕਿ ਇੱਕ ਰਾਜਾ, ਅਗਰ ਉਹਦੇ ਕੋਲ ਸਮਝ ਅਤੇ ਬੁੱਧ ਨਹੀਂ ਹੈਗੀ, ਉਹ ਇੱਕ ਕੰਗਾਲ, ਇੱਕ ਭਿਖਾਰੀ ਤੋਂ ਵੀ ਭੈੜਾ ਹੈ। ਅਗਰ ਉਹਦੇ ਕੋਲ ਸਮਝ ਅਤੇ ਬੁੱਧ ਨਹੀਂ ਹੈਗੀ ਤਾਂ, ਅਤੇ ਇੱਕ ਕੰਗਾਲ ਉਹਦੇ ਕੋਲ ਸਮਝ ਅਤੇ ਬੁੱਧ ਹੈਗੀ ਆ, ਤਾਂ ਉਸ ਰਾਜੇ ਦੇ ਨਾਲੋਂ ਵੀ 100 ਗੁਣਾ ਚੰਗਾ ਹੈ। ਸਮਝ ਅਤੇ ਬੁੱਧ ਦਾ ਹੋਣਾ
ਮਸੀਹ ਲੋਕਾਂ ਦੇ ਵਿੱਚ ਖਾਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਲੇਲੂਇਆ। ਅੱਜ ਅਸੀਂ ਖੁਦਾ ਦੇ ਕਰੀਬ ਆਉਣ ਦੇ ਬਾਵਜੂਦ ਵੀ ਨਿਰਾਸ਼ਾ 'ਚ ਕਿਉਂ ਆ? ਕਿਉਂ ਸਾਡੇ ਘਰਾਂ 'ਚ ਲੜਾਈ ਝਗੜੇ ਆ? ਕਿਉਂ ਸਾਡੇ ਘਰਾਂ ਦੇ ਵਿੱਚ ਬਿਮਾਰੀਆਂ ਬੰਧਨ ਹਾਲੇ ਵੀ ਹੈਗੇ ਆ? ਪ੍ਰਭੂ ਇਦਾਂ ਦਾ ਤਾਂ ਨਹੀਂ ਹੈ ਕਿ ਉਹ ਕੁਝ ਲੋਕਾਂ ਨੂੰ ਚੁਣ ਲੈਂਦਾ, ਹੀਲ ਕਰ ਦਿੰਦਾ, ਕੁਝ ਲੋਕਾਂ ਨੂੰ ਬਰਕਤ ਦੇ ਦਿੰਦਾ, ਕੁਝ ਨੂੰ ਕਹਿੰਦਾ ਨਹੀਂ ਜੀ ਅਗਲੀ ਵਾਰੀ ਆਓ। ਤੁਹਾਨੂੰ ਕੀ ਲੱਗਦਾ ਪਰਮੇਸ਼ਵਰ ਇਦਾਂ ਦਾ ਆ? ਤੁਹਾਡੇ 10 ਬੱਚੇ ਆ, ਸਾਰੇ ਲਾਈਨ 'ਚ ਲੱਗੇ ਖੜੇ ਆ ਰੋਟੀ ਖਾਣ ਦੇ ਲਈ, ਤੁਸੀਂ ਆਖੋ ਜੀ ਅੱਜ ਤਾਂ 2 ਜੋਗੀ ਆ, 8 ਕੱਲ ਨੂੰ ਆਇਆ ਜੇ, ਇਦਾਂ ਹੋ ਸਕਦਾ ਆ? ਕੀ ਕਰਦੇ ਹੋ ਤੁਸੀਂ? ਸਭ ਨੂੰ ਦਿੰਦੇ ਹੋ ਕਿ ਨਹੀਂ? ਉਹ ਕਹਿੰਦਾ ਮੈਂ ਪੱਖਪਾਤ ਕਰਨ ਵਾਲਾ ਪਰਮੇਸ਼ਵਰ ਨਹੀਂ ਆ। ਉਹ ਧਰਮੀਆਂ ਦੇ ਨਾਲ ਤਾਂ ਕਦੇ ਵੀ ਨਹੀਂ ਕਰੂਗਾ। ਉਹਨੇ ਲਿਖਿਆ ਮੈਂ ਦੁਸ਼ਟਾਂ ਦੇ ਨਾਲ ਵੀ ਨਹੀਂ ਕਰਦਾ। ਉਹੀ ਸੂਰਜ ਮੈਂ ਧਰਮੀਆਂ ਤੇ ਚਾੜਦਾ, ਉਹੀ ਦੁਸ਼ਟਾਂ ਤੇ ਚਾੜਦਾ। ਉਹੀ ਬਾਰਿਸ਼ ਮੈਂ ਧਰਮੀਆਂ ਦੇ ਲਈ ਲੈ ਕੇ ਆਉਣਾ, ਉਹੀ ਦੁਸ਼ਟਾਂ ਦੇ ਲਈ ਵੀ ਲੈ ਕੇ ਆਣਾ, ਕਿਉਂਕਿ ਮੈਂ ਜਾਣਦਾ ਇੱਕ ਦਿਨ ਉਹ ਬਦਲਣਗੇ। ਹਾਲੇਲੂਇਆ। ਸਮਝ ਅਤੇ ਬੁੱਧ ਤੋਂ ਬਿਨਾਂ ਇੱਕ ਰਾਜਾ ਵੀ ਭਿਖਾਰੀ ਆ, ਅਤੇ ਇੱਕ ਕੰਗਾਲ ਰਾਜੇ ਨੂੰ ਕੱਢ ਸਕਦਾ ਅਗਰ ਉਹਦੇ ਕੋਲ ਸਮਝ ਅਤੇ ਬੁੱਧ ਹੈਗੀ ਆ। ਤੁਸੀਂ ਸੰਸਾਰ ਦੇ ਵਿੱਚ ਬਹੁਤ ਸਾਰੇ ਲੋਕ ਇਦਾਂ ਦੇ ਦੇਖੇ ਹੋਣਗੇ ਜਿਨ੍ਹਾਂ ਦੇ ਬਹੁਤ ਅੱਛੇ ਬਿਜ਼ਨਸ ਸੀਗੇ, ਬਹੁਤ ਅੱਛੀਆਂ ਜੌਬਾਂ ਸੀਗੀਆਂ, ਬਹੁਤ ਅੱਛਾ ਕੰਮਕਾਰ ਸੀਗਾ ਉਹਨਾਂ ਦਾ, ਪਰ ਸਮਝ ਅਤੇ ਬੁੱਧ ਨਾ ਹੋਣ ਦੇ ਕਰਕੇ ਅੱਜ ਉਹ ਬੰਦੇ ਜ਼ੀਰੋ ਹੋ ਗਏ। ਕਿੰਨੇ ਜਣਿਆਂ ਨੂੰ ਪਤਾ ਵਾ? ਤੁਸੀਂ ਸੁਣਦੇ ਆ ਫੋਨਾਂ ਦੇ ਉੱਪਰ, ਟੀਵੀਆਂ ਦੇ ਉੱਪਰ ਦੇਖਦੇ ਆ ਕਿ ਜਿਹੜੇ ਅੱਛੇ ਬਿਜ਼ਨਸਮੈਨ ਸੀਗੇ, ਅੱਛੇ ਟੌਪ ਦੇ ਬੰਦੇ, ਸਿਰਫ ਸਮਝ ਨਾ ਹੋਣ ਦੇ ਕਰਕੇ ਉਹਨਾਂ ਦਾ ਟੌਪ ਦਾ ਕੰਮ ਜਿਹੜਾ ਉਹ ਜ਼ੀਰੋ ਹੋ ਗਿਆ। ਤੇ ਜਿਹੜੇ ਜ਼ੀਰੋ ਬੰਦੇ ਸੀਗੇ ਉਹਨਾਂ ਨੇ ਆਪਣੀ ਸਮਝ ਅਤੇ ਬੁੱਧ ਨੂੰ ਇੰਨਾ ਜ਼ਿਆਦਾ ਵਧਾਇਆ, ਇੰਨਾ ਜ਼ਿਆਦਾ ਇਸਤੇਮਾਲ ਕੀਤਾ ਕਿ ਉਹ ਜ਼ੀਰੋ ਤੋਂ ਅੱਜ ਹੀਰੋ ਬਣ ਗਏ। ਹਾਲੇਲੂਇਆ। ਇੱਕ ਛੋਟੀ ਜਿਹੀ ਐਗਜ਼ਾਮਪਲ, ਅੰਬਾਨੀ ਦੇ ਬਾਰੇ ਕਿੰਨੇ ਜਾਣੇ ਜਾਣਦੇ? ਆਪਣੇ ਦੇਸ਼ ਦੀ ਇੱਕ ਬਹੁਤ ਵੱਡੀ ਨਾਮੀ ਹਸਤੀ, ਸਭ ਤੋਂ ਅਮੀਰ ਬੰਦਾ ਇੰਡੀਆ ਦਾ ਅੰਬਾਨੀ। ਉਹ ਸ਼ੁਰੂ ਤੋਂ ਇਦਾਂ ਦਾ ਨਹੀਂ ਸੀ। ਉਹਦਾ ਕੰਮ ਕੀ ਹੁੰਦਾ ਸੀਗਾ? ਸਭ ਤੋਂ ਪਹਿਲਾਂ ਸਵੇਰ ਉੱਠਣਾ, ਅਖਬਾਰ ਲੈ ਕੇ ਲੋਕਾਂ ਦੇ ਘਰਾਂ ਦੇ ਵਿੱਚ ਵੰਡਣੀ, ਗੱਡੀਆਂ ਨੂੰ ਵਾਸ਼ ਕਰਨਾ, ਧੋਣਾ, ਸਾਫ਼ ਕਰਨਾ, ਫਿਰ ਉਹਦਾ ਗੁਜ਼ਾਰਾ ਚੱਲਦਾ ਹੁੰਦਾ ਸੀਗਾ। ਪਰ ਉਸ ਬੰਦੇ ਨੇ ਦਿਮਾਗ ਕਿੰਨਾ ਲਗਾਇਆ, ਜਿਹੜਾ ਬੰਦਾ ਅਖਬਾਰ ਵੇਚਦਾ ਸੀਗਾ ਅੱਜ ਉਹ ਇਸ ਦੇਸ਼ ਨੂੰ ਖਰੀਦ ਸਕਦਾ ਹੈ। ਹਾਂ ਜਾਂ ਨਾ? ਸਮਝ ਅਤੇ ਬੁੱਧ ਦਾ ਹੋਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ। ਇੱਕ ਕਈ ਇਦਾਂ ਦੇ ਤੁਸੀਂ ਦੇਖੇ ਹੋਣਗੇ ਬਿਜ਼ਨਸਮੈਨ ਜਿਹੜੇ ਟੌਪ ਤੇ ਸੀ, ਅੱਜ ਉਹਨਾਂ ਦੇ ਕੋਲ ਇੱਕ ਟਾਈਮ ਦਾ ਵੀ ਖਾਣਾ ਨਹੀਂ ਹੈਗਾ। ਉਹ ਬਿਲਕੁਲ ਨਿਰਾਸ਼ ਹੋ ਚੁੱਕੇ ਆ ਕਿਉਂਕਿ ਉਹਨਾਂ ਦੇ ਕੋਲ ਸਮਝ ਅਤੇ ਬੁੱਧ ਦਾ ਘਾਟਾ ਹੈਗਾ। ਹਾਲੇਲੂਇਆ। ਪਰ ਜਿਨ੍ਹਾਂ ਨੇ ਸਮਝ ਅਤੇ ਬੁੱਧ ਨੂੰ ਘੁੱਟ ਕੇ ਫੜ ਲਿਆ, ਖੁਦਾ ਨੇ ਕਿਹਾ ਤੁਸੀਂ ਮੇਰੀ ਕਾਰਾਗਿਰੀ ਤੋਂ ਮੇਰੀ ਬੁੱਧ ਦਾ ਹਿਸਾਬ ਲਗਾ ਸਕਦੇ ਕਿ ਮੈਂ ਕਿੰਨਾ ਬੁੱਧੀਮਾਨ ਪਰਮੇਸ਼ਵਰ ਆ। ਇਹ ਬੁੱਧ ਤੁਹਾਨੂੰ ਕਿਤਾਬਾਂ ਚੋਂ ਨਹੀਂ ਮਿਲ ਸਕਦੀ, ਕੋਈ ਇਨਸਾਨ ਨਹੀਂ ਦੇ ਸਕਦਾ, ਕੋਈ ਘੋਲ ਕੇ ਨਹੀਂ ਪਿਆ ਸਕਦਾ। ਇਹ ਬੁੱਧ ਸਿਰਫ ਯਹੋਵਾ ਦੇ ਵੱਲੋਂ ਇਨਾਮ ਆ। ਸਮਝ ਅਤੇ ਬੁੱਧ ਕਿੰਦੇ ਵੱਲੋਂ ਇਨਾਮ ਆ? ਯਹੋਵਾ ਦੇ ਵੱਲੋਂ। ਸਮਝ ਅਤੇ ਬੁੱਧ ਅਗਰ ਤੁਹਾਡੇ ਕੋਲ ਹੈਗੀ ਆ ਤਾਂ ਜਿੰਨਾ ਕੁਝ ਵੀ ਖੁਦਾ ਨੇ ਤੁਹਾਨੂੰ ਦਿੱਤਾ ਹੋਏਗਾ ਤੁਸੀਂ ਉਹਨੇ ਨੂੰ ਹੀ ਸੰਭਾਲ ਲਿਆ ਤਾਂ ਤੁਸੀਂ ਇੱਕ ਛੋਟੇ-ਮੋਟੇ ਰਾਜੇ ਆ। ਪਰ ਅਗਰ ਖੁਦਾ ਤੁਹਾਨੂੰ ਬਹੁਤ ਸਾਰੀ ਬਰਕਤ ਦੇ ਦੇਵੇ, ਬਹੁਤ ਵਧਾ ਦੇਵੇ, ਪਰ ਤੁਹਾਡੇ ਕੋਲ ਸਮਝ ਨਹੀਂ ਹੈਗੀ, ਗਿਆਨ ਨਹੀਂ ਹੈਗਾ, ਉਹ ਸਭ ਕੁਝ ਮਿੱਟੀ ਹੋ ਜਾਏਗਾ, ਉਹ ਫਾਲਤੂ ਦੇ ਵਿੱਚ ਚਲਾ ਜਾਏਗਾ। ਸਮਝ ਆ ਰਹੀ ਹੈ ਕਿ ਨਹੀਂ ਆ ਰਹੀ? ਅੱਜ ਮੈਂ ਕੀ ਸਮਝਾ ਰਿਹਾ ਹਾਂ? ਸਮਝ ਅਤੇ ਬੁੱਧ ਦਾ ਹੋਣਾ ਕਿੰਨਾ ਜ਼ਿਆਦਾ ਜ਼ਰੂਰੀ ਆ। ਅਗਰ ਸਮਝ ਹੋਏਗੀ ਤੁਸੀਂ ਆਮ ਤੋਂ ਖਾਸ ਬਣ ਸਕਦੇ ਆ, ਤੁਸੀਂ ਜ਼ੀਰੋ ਤੋਂ ਹੀਰੋ ਬਣ ਸਕਦੇ ਆ। ਇਸੇ ਲਈ ਖੁਦਾ ਨੇ ਕਿਹਾ ਆ ਮੇਰੇ ਨੇੜੇ ਆਓਗੇ ਤਾਂ ਮੈਂ ਤੁਹਾਡੇ ਨੇੜੇ ਆਵਾਂਗਾ। ਖੁਦਾ ਦਾ ਤੁਹਾਡੇ ਨੇੜੇ ਆਉਣ ਦਾ ਮਤਲਬ ਕੀ? ਉਹ ਤੁਹਾਨੂੰ ਸਮਝ ਅਤੇ ਬੁੱਧ ਦੇਵੇਗਾ। ਜਦ ਤੁਸੀਂ ਪਰਮੇਸ਼ਵਰ ਨੂੰ ਜਾਣਨਾ ਸ਼ੁਰੂ ਕੀਤਾ, ਕਦੇ ਉਹਨੇ ਤੁਹਾਨੂੰ ਇਹ ਸਿਖਾਇਆ ਕਿ ਇਦਾਂ ਢਾਲੇ ਕਰਿਆ ਕਰੋ, ਆਹ ਕੰਮ ਕਰਿਆ ਕਰੋ? ਉਹਨੇ ਸਿਰਫ ਸਮਝ ਅਤੇ ਬੁੱਧ ਦਿੱਤੀ ਨਾ। ਆਪਣੇ ਪੜੋਸੀ ਦੇ ਨਾਲ ਲੜਨਾ ਨਹੀਂ ਆ, ਕਿਸੇ ਦਾ ਮਾੜਾ ਨਹੀਂ ਕਰਨਾ। ਅਗਰ ਤੁਸੀਂ ਆਪਣਾ ਚੰਗਾ ਕਰਨ ਦੇ ਲਈ ਕਿਸੇ ਚੌਂਕ ਦੇ ਵਿੱਚ ਢਾਲਾ ਲਾਉਣ ਦੇ ਲਈ ਜਾ ਰਹੇ ਆ, ਅਗਲਾ ਕੋ ਉੱਥੋਂ ਹੀ ਤੁਹਾਨੂੰ ਢਾਲ ਲਵੇ, ਫਿਰ ਇਹ ਸਮਝ ਨਹੀਂ ਆ, ਇਹ ਬੁੱਧ ਨਹੀਂ ਆ। ਹਾਲੇਲੂਇਆ। ਪਹਿਲਾਂ ਲੋਕ ਕਿੱਦਾਂ ਦੇ ਸੀਗੇ? ਸਟੋਰੀ ਦੱਸਦਾ ਤੁਹਾਨੂੰ ਇੱਕ ਛੋਟੀ ਜਿਹੀ ਹਾਸੇ ਵਾਲੀ। ਦੋ ਵਿਅਕਤੀ ਖੜੇ ਹੋਏ ਆਪਸ ਦੇ ਵਿੱਚ ਗੱਲਾਂ ਕਰ ਰਹੇ ਸੀ। ਉਹ ਦੋਨੋਂ ਹੀ ਕਿਤੇ ਉਹੋ ਜਿਹੇ ਹੋਣੇ ਆ ਲੋਕ। ਕਹਿੰਦਾ ਯਾਰ ਤੂੰ ਆਪਣੀ ਨਾ ਮਾਤਾ ਨੂੰ ਸਮਝਾ, ਬੜੇ ਜਾਦੂ ਟੂਣੇ ਕਰਦੀ ਆ। ਕਹਿੰਦਾ ਓਏ ਤੈਨੂੰ ਕਿਹਨੇ ਆਖਿਆ ਮੇਰੀ ਮੰਮੀ ਜਾਦੂ ਟੂਣੇ ਕਰਦੀ ਆ? ਕਹਿੰਦਾ ਨਹੀਂ ਕਰਦੀ ਆ। ਕਹਿੰਦਾ ਤੈਨੂੰ ਕਿਹਨੇ ਆਖਿਆ? ਕਹਿੰਦਾ ਉਹ ਰਾਤ ਨੂੰ 11-12 ਵਜੇ ਦੇ ਕਰੀਬ ਜਾਂਦੀ ਆ ਤੇ ਚੁਰਸਤੇ ਦੇ ਵਿੱਚ ਜਾ ਕੇ ਜਾਦੂ ਟੂਣਾ ਕਰਕੇ ਆਉਂਦੀ ਆ ਜਦੋਂ ਕੋਈ ਵੀ ਨਹੀਂ ਹੁੰਦਾ।
ਕਹਿੰਦਾ ਤੈਨੂੰ ਕਿਹਨੇ ਦੱਸਿਆ? ਕਹਿੰਦਾ ਮੇਰੀ ਮੰਮੀ ਨੇ ਦੱਸਿਆ। ਕਹਿੰਦਾ ਚੱਲ ਮੰਨਦਾ ਮੇਰੀ ਜਾਦੂ ਟੂਣੇ ਕਰਨਗੇ, ਤੇਰੀ 12 ਵਜੇ ਕੀ ਲੈਣ ਗਈ ਸੀ? ਸਮਝ ਆ ਰਹੀ ਹੈ ਕਿ ਨਹੀਂ ਆ ਰਹੀ? ਅਗਰ ਕੋਈ ਤੁਹਾਨੂੰ ਕਹਿ ਰਿਹਾ ਹੈ ਆਹ ਕੰਮ ਕਰੋਗੇ ਫਿਰ ਤੁਹਾਡੇ ਲਈ ਹੋਏਗਾ, ਤੁਸੀਂ ਉਲਟਾ ਜਾ ਕੇ ਫਸ ਜਾਂਦੇ ਆ। ਇਹ ਸਮਝ ਨਹੀਂ ਹੈ, ਇਹ ਸੈਂਸ ਨਹੀਂ ਹੈ। ਹਾਲੇਲੂਇਆ। ਸਮਝ ਦੇ, ਅਗਰ ਤੁਸੀਂ ਸਮਝ ਨੂੰ ਲੈਣਾ ਚਾਹੁੰਦੇ ਆ ਤੁਹਾਨੂੰ ਖੁਦਾ ਦੇ ਕਰੀਬ ਆਣਾ ਪਊਗਾ। ਸਮਝ ਦੀ ਸਿਰਫ ਇੱਕੋ ਹੀ ਜੜ ਆ ਜਿਸ ਦਾ ਨਾਮ ਯਹੋਵਾ ਹੈ। ਉਹਦੇ ਕਰੀਬ ਜਾਓਗੇ ਉਹ ਤੁਹਾਡੇ ਕਰੀਬ ਆਏਗਾ। ਉਹਦੀ ਸਮਝ, ਉਹਦਾ ਗੁਣ, ਉਹਦੀਆਂ ਉਹ ਸਾਰੀਆਂ ਚੀਜ਼ਾਂ ਤੁਹਾਡੇ ਅੰਦਰ ਉਤਰਨੀਆਂ ਸ਼ੁਰੂ ਹੋ ਜਾਣਗੀਆਂ। ਅੱਜ ਸਮਝ ਨਾ ਹੋਣ ਦੇ ਕਾਰਨ ਵਚਨ 'ਚ ਕਿਤੇ ਨਹੀਂ ਲਿਖਿਆਗਾ ਕਿ ਮੇਰੇ ਲੋਕ ਕਰਜ਼ਾ ਨਾ, ਗਰੀਬੀ ਨਾ, ਬਿਮਾਰੀ ਨਾ ਨਾਸ਼ ਹੋਣਗੇ। ਲਿਖਿਆ ਮੇਰੇ ਲੋਕ ਗਿਆਨ ਸਮਝ ਨਾ ਹੋਣ ਦੇ ਕਰਕੇ ਨਾਸ਼ ਹੋ ਗਏ। ਅੱਜ ਤੁਹਾਨੂੰ ਪ੍ਰੇਅਰ ਨਹੀਂ ਕਰਨੀ ਆ ਰਹੀ, ਖੁਦਾ ਦੇ ਕਰੀਬ ਨਹੀਂ ਜਾਣਾ ਆ ਰਿਹਾਗਾ। ਇਸ ਕਰਕੇ ਤੁਸੀਂ ਖੁਦਾ ਦੇ ਨੇੜੇ ਹੁੰਦਿਆਂ ਹੋਇਆਂ ਵੀ ਕੀ ਆ, ਦੂਰ ਬੈਠੇ ਹੋਏ ਆ। ਹਾਲੇਲੂਇਆ। ਖੁਦਾ ਨੇ ਕਿਹਾ ਤੁਸੀਂ ਉਸ ਅਵਿਨਾਸ਼ੀ ਬੀਜ ਤੋਂ ਆ ਜੋ ਕਦੇ ਨਾਸ਼ ਨਹੀਂ ਹੁੰਦਾ। ਤੁਸੀਂ ਨਾਸ਼ਵਾਨ ਨਹੀਂ ਆ, ਤੁਸੀਂ ਖੁਦਾ ਦੇ ਵਿੱਚੋਂ ਨਿਕਲੇ ਹੋਏ ਉਹ ਅੰਸ਼ ਆ ਜਿਨ੍ਹਾਂ ਨੇ ਧਰਤੀ ਦੇ ਉੱਪਰ ਰਾਜ ਕਰਨਾ ਆ। ਤੁਹਾਨੂੰ ਅਤੇ ਮੈਨੂੰ ਤਾਂ ਖੁਦਾ ਨੇ ਸਵਰਗ ਦਾ ਵੀ ਅਧਿਕਾਰੀ ਠਹਿਰਾ ਦਿੱਤਾ ਆ। ਤਾਂ ਫਿਰ ਅਸੀਂ ਧਰਤੀ ਦੇ ਉੱਪਰ ਤਰਲੇ ਮਾਰਨ ਵਾਲੇ ਕਦੇ ਵੀ ਨਹੀਂ ਹੋਵਾਂਗੇ। ਅਸੀਂ ਅਧਿਕਾਰੀ ਬਣਾਏ ਗਏ ਆ। ਹਾਲੇਲੂਇਆ। ਜਦੋਂ ਸਾਰੀ ਪ੍ਰਜਾ ਦੇ ਵਿੱਚੋਂ ਕਿਸੇ ਰਾਜੇ ਨੂੰ ਚੁਣਨਾ ਹੁੰਦਾ ਸੀਗਾ ਪਰਮੇਸ਼ਵਰ ਨੇ, ਤਾਂ ਉਹ ਦੇਖਦਾ ਸੀਗਾ ਕਿਹੜਾ ਬੁੱਧੀਮਾਨ ਵਿਅਕਤੀ ਹੈਗਾ ਹੈ, ਕਿਹੜਾ ਆਪਣੇ ਬੰਦਿਆਂ ਦੇ ਲਈ ਸਟੈਂਡ ਲੈਂਦਾ ਹੈ। ਕਿੰਨੇ ਜਣਿਆਂ ਨੂੰ ਪਤਾ ਹੈ ਇਜ਼ਰਾਈਲੀ ਲੋਕ ਮਿਸਰੀਆਂ ਦੀ ਗੁਲਾਮੀ ਦੇ ਵਿੱਚ ਰਹੇ ਆ 430 ਸਾਲ। ਕਿੰਨਾ ਟਾਈਮ? 430 ਸਾਲ। ਇਬਰਾਨੀ ਲੋਕ, ਇਜ਼ਰਾਈਲੀ ਲੋਕ, ਖੁਦਾ ਦੇ ਜਿਹੜੇ ਲੋਕ ਸੀ ਉਹ ਗੁਲਾਮੀ ਦੇ ਵਿੱਚ ਰਹੇ। ਉਹ ਲੱਖਾਂ ਦੀ ਗਿਣਤੀ ਦੇ ਵਿੱਚ ਸੀਗੇ, ਪਰ ਉਹਨਾਂ ਦੇ ਵਿੱਚੋਂ ਮੂਸਾ ਨੂੰ ਹੀ ਕਿਉਂ ਖੁਦਾ ਨੇ ਚੁਣਿਆ ਕਿ ਇਹ ਮੇਰਾ ਬੰਦਾ ਮੇਰੇ ਲੋਕਾਂ ਨੂੰ ਛੁਡਾਏਗਾ? ਉਹਦਾ ਇੱਕ ਕਾਰਨ ਸੀਗਾ, ਕਿਉਂਕਿ ਲੱਖਾਂ ਲੋਕਾਂ ਦੇ ਵਿੱਚੋਂ ਕਿਸੇ ਦੀ ਹਿੰਮਤ ਨਹੀਂ ਪਈ ਕਿ ਅਸੀਂ ਛੁੱਟ ਸਕਦੇ ਹਾਂ, ਅਸੀਂ ਆਜ਼ਾਦ ਹੋ ਸਕਦੇ ਹਾਂ। ਮੂਸਾ, ਬਾਈਬਲ 'ਚ ਲਿਖਿਆ, ਮੂਸਾ ਇੱਕ ਦਿਨ ਬਾਹਰ ਨਿਕਲਿਆ, ਉਹਨੇ ਇੱਕ ਮਿਸਰੀ ਨੂੰ ਇਬਰਾਨੀ ਦੇ ਉੱਪਰ ਧੱਕਾ ਕਰਦਿਆਂ ਦੇਖਿਆ। ਉਹਨੇ ਮਿਸਰੀ ਨੂੰ ਮਾਰ ਕੇ ਰੇਤਾ 'ਚ ਨੱਪ ਦਿੱਤਾ। ਖੁਦਾ ਨੇ ਦੇਖਿਆ ਇਹ ਬੰਦਾ ਦਲੇਰ ਆ, ਇਹ ਕਰ ਸਕਦਾ ਹੈ, ਇਹਦੇ ਅੰਦਰ ਹਿੰਮਤ ਹੈਗੀ ਆ, ਇਹ ਕਰੇਗਾ, ਮੇਰੀ ਪ੍ਰਜਾ ਨੂੰ ਛੁਡਾਏਗਾ। ਕਹਿੰਦਾ ਚੱਲ ਵੀ ਮੂਸਾ ਹੋ ਜਾ ਕਾਇਮ, ਮੈਂ ਤੇਰੇ ਨਾਲ ਆ। ਉਹ ਕੱਲਾ ਹੀ ਸਾਰੇ ਲੋਕਾਂ ਨੂੰ ਛੁਡਾ ਕੇ ਲੈ ਆਇਆ। ਅੱਜ ਖੁਦਾ ਨੇ ਸਮਝ ਅਤੇ ਬੁੱਧ ਤੁਹਾਨੂੰ ਦਿੱਤੀ ਹੋਈ ਆ। ਖੁਦਾ ਨੇ ਕਿਹਾ ਤੂੰ ਬਚ, ਤੇਰਾ ਘਰਾਣਾ ਬਚਾਇਆ ਜਾਊਗਾ। ਅੱਜ ਅਸੀਂ ਕਹਿੰਦੇ ਨਹੀਂ, ਮੇਰਾ ਪਰਿਵਾਰ ਦਾ ਹੋਰ ਮੈਂਬਰ ਦਾ ਚਰਚ ਆ ਨਹੀਂ ਰਿਹਾ, ਮੈਂ ਵੀ ਨਹੀਂ ਜਾਊਂਗਾ। ਉਹ ਪ੍ਰਾਰਥਨਾ ਕਰ ਨਹੀਂ ਰਿਹਾ, ਮੈਂ ਵੀ ਨਹੀਂ ਕਰੂੰਗਾ। ਤੁਸੀਂ ਉੱਥੇ ਹੀ ਫਸ ਜਾਂਦੇ। ਖੁਦਾ ਨੇ ਕਿਹਾ ਤੂੰ ਬਚ, ਤੇਰਾ ਘਰਾਣਾ ਬਚਾਇਆ ਜਾਊਗਾ। ਇਹ ਕੀ ਆ? ਸੈਂਸ ਆ, ਸਮਝ ਆ ਤੁਹਾਡੀ। ਪ੍ਰਭੂ ਦੇ ਕਰੀਬ ਆਓ, ਫਿਰ ਸਮਝ ਅਤੇ ਬੁੱਧ ਤੁਹਾਨੂੰ ਮਿਲੇਗੀ। ਅਗਰ ਤੁਹਾਡੇ ਕੋਲ ਸਮਝ ਅਤੇ ਬੁੱਧ ਨਹੀਂ ਹੈਗੀ, ਤੁਹਾਡੇ ਕੋਲ ਉਹ ਸਾਰੀਆਂ ਚੀਜ਼ਾਂ ਕਦੇ ਵੀ ਨਹੀਂ ਹੋਣਗੀਆਂ ਜੋ ਬਾਈਬਲ ਦੇ ਵਿੱਚ ਲਿਖੀਆਂ ਹੋਈਆਂ। ਪ੍ਰਭੂ ਕਦੇ ਵੀ ਉਹਨਾਂ ਲੋਕਾਂ ਨੂੰ ਉਹ ਚੀਜ਼ਾਂ ਨਹੀਂ ਦਊਗਾ ਜਿਨ੍ਹਾਂ ਨੂੰ ਉਹਨਾਂ ਦੀ ਕਦਰ ਨਹੀਂ ਹੈਗੀ, ਜਿਨ੍ਹਾਂ ਨੂੰ ਉਹ ਸੰਭਾਲਣਾ ਨਹੀਂ ਆਉਂਦਾ ਹੈਗਾ। ਹਾਲੇਲੂਇਆ। ਅੱਜ ਅਸੀਂ ਵਚਨ ਦੇ ਵਿੱਚੋਂ ਦੇਖਾਂਗੇ। ਆਪਣੀਆਂ ਬਾਈਬਲ ਨੂੰ ਖੋਲੀਏ ਸਭ ਜਾਣੇ ਜਲਦੀ ਦੇ ਨਾਲ। ਥੈਂਕ ਯੂ ਜੀਸਸ। ਪਹਿਲਾ ਕੁਰਿੰਥੀਆਂ ਕੱਢੀਏ ਜਲਦੀ ਦੇ ਨਾਲ। ਥੈਂਕ ਯੂ ਜੀਸਸ। ਉਹਦਾ 2 ਨੰਬਰ ਅਧਿਆਇ ਔਰ 11 ਨੰਬਰ ਆਇਤ ਨੂੰ। ਸਮਝ ਤੇ ਬੁੱਧ ਇਦਾਂ ਦੀ ਨਹੀਂ ਖੁਦਾ ਦੇ ਕੋਲੋਂ ਮੰਗਣੀ ਕਦੇ ਵੀ ਕਿ ਅਸੀਂ ਆਪਣੇ ਗਵਾਂਢੀ ਨੂੰ ਨੀਵਾਂ ਦਿਖਾ ਦਈਏ, ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਨੀਵਾਂ ਦਿਖਾ ਦਈਏ। ਇਦਾਂ ਦੀ ਸਮਝ ਕਦੇ ਵੀ ਖੁਦਾ ਨਹੀਂ ਤੁਹਾਨੂੰ ਦੇਵੇਗਾ। ਤੁਹਾਨੂੰ ਪਿਛਲੇ ਸੰਡੇ ਵੀ ਸ਼ਾਇਦ ਮੈਂ ਸਿਖਾ ਰਿਹਾ ਸੀਗਾ ਕਿ ਤੁਸੀਂ ਬਹੁਤ ਸਾਰੀਆਂ ਆਸ਼ੀਸ਼ਾਂ ਇਸੇ ਕਰਕੇ ਰੋਕੀ ਬੈਠੇ ਆ। ਤੁਸੀਂ ਪ੍ਰਾਰਥਨਾ ਕਰ ਰਹੇ ਹੋ ਪ੍ਰਭੂ ਆਹ ਕਰਕੇ ਦਿਖਾ ਦੇਣਾ, ਤੇ ਗਵਾਂਢੀਆਂ ਨੂੰ ਦੱਸ ਦਈਏ ਅਸੀਂ ਵੀ ਕੁਝ ਹੈਗੇ। ਅਸੀਂ ਗਵਾਂਢੀਆਂ ਨੂੰ ਸਾੜ ਦਈਏ, ਅਸੀਂ ਰਿਸ਼ਤੇਦਾਰਾਂ ਨੂੰ ਸਾੜ ਦਈਏ। ਪ੍ਰਭੂ ਕਹਿੰਦਾ ਨਹੀਂ, ਸਾੜਨ ਸੜਾਉਣ ਵਾਲਾ ਕੰਮ ਮੇਰੇ ਕੋਲ ਨਹੀਂ ਆ। ਅਗਰ ਤੂੰ ਆਪਣੇ ਗਵਾਂਢੀ ਦੇ ਲਈ ਪਹਿਲਾਂ ਪ੍ਰਾਰਥਨਾ ਕਰੇਗਾ ਕਿ ਪ੍ਰਭੂ ਜੋ ਤੂੰ ਮੈਨੂੰ ਦੇਣ ਜਾ ਰਿਹਾ ਦੁੱਗਣਾ ਗਵਾਂਢੀ ਕੋਲ ਹੋਣਾ ਚਾਹੀਦਾ ਆ, ਤੂੰ ਮੰਗ, ਉਦਾਂ ਦੀ ਉਦਾਂ ਹੀ ਕ੍ਰੀਏਟ ਹੋ ਜਾਏਗਾ, ਉਦਾਂ ਹੀ ਤੁਹਾਡੇ ਘਰਾਂ 'ਚ ਆ ਜਾਏਗਾ। ਰੁਕਦੀ ਕਿੱਥੇ ਆਸ਼ੀਸ਼? ਖੁਦਾ ਕਦੇ ਵੀ ਉਹ ਤੁਹਾਡੇ ਗਵਾਂਢੀ ਨੂੰ ਨਫ਼ਰਤ ਨਹੀਂ ਕਰਦਾ, ਉਹਨੂੰ ਵੀ ਉਹਨਾਂ ਪਿਆਰ ਕਰਦਾ ਜਿੰਨਾ ਉਹ ਤੁਹਾਨੂੰ ਕਰਦਾ ਹੈ। ਉਹ ਇੱਕ ਨੂੰ ਦੁਖੀ ਕਰਕੇ ਦੂਜੇ ਨੂੰ ਸੁਖੀ ਕਦੇ ਨਹੀਂ ਕਰੇਗਾ। ਉਹ ਸੁਖੀ ਕਰੇਗਾ ਤਾਂ ਸਭ ਨੂੰ ਕਰੇਗਾ। ਹਾਲੇਲੂਇਆ। ਜਦ ਵੀ ਸਮਝ ਮੰਗਣੀ ਹੈ ਖੁਦਾ ਦੇ ਕੋਲੋਂ ਤਾਂ ਮੰਗੋ ਪ੍ਰਭੂ ਇਹ ਸਿਰਫ ਤੇਰੀ ਮਹਿਮਾ ਦਾ ਕਾਰਨ ਹੋਵੇ। ਆਸ਼ੀਸ਼ ਮੰਗਣੀ ਹੈ, ਘਰ ਮੰਗਣਾ ਹੈ, ਬਰਕਤ, ਜੌਬ ਮੰਗਣੀ ਹੈ, ਵੀਜ਼ਾ ਮੰਗਣਾ ਹੈ, ਪ੍ਰਭੂ ਇਹ ਸਭ ਕੁਝ ਤੇਰੀ ਮਹਿਮਾ ਦਾ ਕਾਰਨ ਹੋਵੇ, ਇਹ ਤੇਰੀ ਮਹਿਮਾ ਦੇ ਲਈ ਹੋਏ ਖੁਦਾਵੰਦ। ਮੈਂ ਕਹਿੰਦਾ ਦੇਖੋ ਤੁਸੀਂ ਉਦੋਂ ਹੀ ਤੁਹਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਣਗੀਆਂ। ਪਰ ਜਦੋਂ ਤੁਸੀਂ ਕੋਈ ਕੰਡੀਸ਼ਨ ਰੱਖਦੇ ਨਾ, ਮੈਂ ਤਾਂ ਚਾਹੁੰਦਾ ਹਾਂ ਰਿਸ਼ਤੇਦਾਰਾਂ ਦੇ ਮੂੰਹ ਬੰਦ ਹੋ ਜਾਣ,
ਤੁਹਾਡੀ ਪ੍ਰੇਅਰ ਰੁਕ ਜਾਂਦੀ ਹੈ। ਇਹ ਸਮਝ ਨਹੀਂ ਹੈ। ਹਾਲੇਲੂਇਆ। ਜਿਹੜੇ ਇਦਾਂ ਦੀ ਸਮਝ ਰੱਖਦੇ ਆ, ਖੁਦਾ ਕਹਿੰਦਾ ਉਹਨਾਂ ਨੂੰ ਮੈਂ ਲੱਜਿਆਵਾਨ ਕਰਦਾ ਹਾਂ, ਮੈਂ ਸ਼ਰਮਿੰਦਾ ਕਰ ਦੇਣਾ ਉਹਨਾਂ ਨੂੰ, ਫਿਰ ਮੈਂ ਨਿਤਾਣਿਆਂ ਨੂੰ ਨਿਕੰਮਿਆਂ ਨੂੰ ਚੱਕਦਾ ਆ ਔਰ ਉੱਪਰ ਉਠਾ ਦੇਣਾ। ਹਾਲੇਲੂਇਆ। ਅਸੀਂ ਦੇਖਾਂਗੇ ਪਹਿਲਾ ਕੁਰਿੰਥੀਆਂ ਦਾ 2 ਨੰਬਰ ਅਧਿਆਇ ਔਰ ਉਹਦੀ 11 ਨੰਬਰ ਆਇਤ ਨੂੰ ਅਸੀਂ ਪਹਿਲਾਂ ਦੇਖਾਂਗੇ। ਹਾਲੇਲੂਇਆ। ਮਨੁੱਖ ਦੇ ਆਤਮਾ ਤੋਂ ਬਿਨਾ ਜੋ ਉਹਦੇ ਅੰਦਰ ਹੈ, ਮਨੁੱਖਾਂ ਵਿੱਚੋਂ ਮਨੁੱਖ ਦੀਆਂ ਗੱਲਾਂ ਕੌਣ ਜਾਣਦਾ ਹੈ? ਹਾਲੇਲੂਇਆ। ਹਾਲੇਲੂਇਆ। ਖੁਦਾ ਕਹਿੰਦਾ ਮਨੁੱਖ ਹੀ ਦੂਜੇ ਮਨੁੱਖ ਦੀਆਂ ਗੱਲਾਂ ਨੂੰ ਜਾਣ ਸਕਦਾ ਹੈ, ਦੂਜਾ ਕੋਈ ਨਹੀਂ ਜਾਣ ਸਕਦਾ। ਅੱਜ ਤੁਹਾਡੇ ਵਿਚਕਾਰ ਕੀ ਚੱਲਦਾ ਪਿਆ ਆ, ਇਹ ਕੋਈ ਬਾਹਰ ਦਾ ਬੰਦਾ ਨਹੀਂ ਜਾਣ ਸਕਦਾ। ਤੁਹਾਡੇ ਘਰ 'ਚ ਤੁਸੀਂ ਇੱਕ ਦੂਜੇ ਨੂੰ ਦੱਸੋ ਚਾਹੇ ਨਾ ਦੱਸੋ, ਪਰ ਫਿਰ ਵੀ ਤੁਹਾਡੇ ਕੋਲ ਇੰਨੀ ਸਮਝ ਹੈਗੀ ਆ ਕਿ ਤੁਸੀਂ ਜਾਣ ਜਾਓ ਕਿ ਤੁਹਾਡਾ ਪਰਿਵਾਰ ਤੁਹਾਤੋਂ ਕੀ ਚਾਹੁੰਦਾ ਹੈ। ਮਨੁੱਖ ਦੇ ਅੰਦਰ ਦੀਆਂ ਗੱਲਾਂ ਕੌਣ ਜਾਣ ਸਕਦਾ ਆ? ਮਨੁੱਖ ਹੀ ਜਾਣ ਸਕਦਾ ਆ, ਉਹਦੇ ਤੋਂ ਬਿਨਾ ਹੋਰ ਕੋਈ ਨਹੀਂ ਜਾਣ ਸਕਦਾ। ਹਾਂਜੀ। ਇਸੇ ਪ੍ਰਕਾਰ ਪਰਮੇਸ਼ਵਰ ਦੇ ਆਤਮਾ ਤੋਂ ਬਿਨਾ ਪਰਮੇਸ਼ਵਰ ਦੀਆਂ ਗੱਲਾਂ ਕੋਈ ਨਹੀਂ ਜਾਣਦਾ। ਹਾਲੇਲੂਇਆ। ਹਾਲੇਲੂਇਆ। ਸਮਝ ਦੀ ਘਾਟ ਕਿੱਥੇ ਆ? ਦੇਖੋ ਵਚਨ ਕੀ ਕਹਿੰਦਾ ਹੈ, ਪਰਮੇਸ਼ਵਰ ਦੇ ਆਤਮਾ ਤੋਂ ਬਿਨਾ ਪਰਮੇਸ਼ਵਰ ਦੀਆਂ ਗੱਲਾਂ ਕੋਈ ਨਹੀਂ ਜਾਣ ਸਕਦਾ। ਪਰਮੇਸ਼ਵਰ ਦੇ ਆਤਮਾ ਤੋਂ ਬਿਨਾ ਖੁਦਾ ਦੀਆਂ ਗੱਲਾਂ ਨੂੰ ਕੋਈ ਨਹੀਂ ਸਮਝ ਸਕਦਾ। ਖੁਦਾ ਕੀ ਕਹਿਣਾ ਚਾਹੁੰਦਾ ਹੈ? ਕਈ ਵਾਰੀ ਤੁਹਾਨੂੰ ਉਹ ਜ਼ਿਆਦਾ ਬਿਪਤਾ 'ਚ ਕਿਉਂ ਲੈ ਕੇ ਆਉਣਾ ਚਾਹੁੰਦਾ ਹੈ? ਕਿਉਂਕਿ ਤੁਹਾਨੂੰ ਉਹ ਵੱਡੀ ਮਹਿਮਾ ਦੇਣਾ ਚਾਹੁੰਦਾ ਹੈ। ਅਸੀਂ ਕਹਿੰਦੇ ਨਹੀਂ ਪ੍ਰਭੂ, ਇਹ ਬਿਪਤਾ ਆਈ ਤੇ ਆਈ ਕਿਉਂ? ਖੁਦਾ ਨੂੰ ਕਹੋ ਪ੍ਰਭੂ ਇਹ ਸਭ ਕੁਝ ਤੇਰੀ ਮਹਿਮਾ ਦੇ ਲਈ ਆ, ਇਹ ਬਿਮਾਰੀ ਮੇਰੇ ਨਾਸ਼ ਦਾ, ਮੇਰੇ ਮਰਨ ਦਾ ਕਾਰਨ ਨਹੀਂ ਆ, ਇਹ ਤੇਰੀ ਮਹਿਮਾ ਦਾ ਕਾਰਨ ਆ ਖੁਦਾਵੰਦ। ਚਾਹੇ ਤੁਸੀਂ ਲਾਸਟ ਸਾਵਾਂ ਦੇ ਕਿਉਂ ਨਹੀਂ ਆ, ਪਰ ਸਮਝ ਦੇ ਦੁਆਰਾ ਬੋਲੇ ਗਏ ਸ਼ਬਦ ਤੁਹਾਨੂੰ ਲਾਸਟ ਸਾਵਾਂ ਤੋਂ ਇੱਕ ਨਵਾਂ ਜੀਵਨ ਦੇਣ ਦੀ ਤਾਕਤ ਰੱਖਦੇ। ਹਾਲੇਲੂਇਆ। ਸਮਝ ਆ ਰਹੀ ਹੈ ਕਿ ਨਹੀਂ ਆ ਰਹੀ? ਮੈਂ ਕੀ ਸਮਝਾ ਰਿਹਾ? ਖੁਦਾ ਦੇ ਵਚਨ 'ਚ ਲਿਖਿਆ ਪਰਮੇਸ਼ਵਰ ਦੇ ਆਤਮਾ ਤੋਂ ਬਿਨਾ ਖੁਦਾ ਦੀਆਂ ਗੱਲਾਂ ਨੂੰ ਕੋਈ ਨਹੀਂ ਜਾਣ ਸਕਦਾ। ਪ੍ਰਭੂ ਤੁਹਾਨੂੰ ਕੀ ਆਵਾਜ਼ ਦਿੰਦਾ ਹੈ, ਕਿਹੜਾ ਕੰਮ ਕਰਨਾ, ਕਿਹੜਾ ਨਹੀਂ ਕਰਨਾ। ਬਾਈਬਲ ਬਹੁਤ ਸਾਰੇ ਕੰਮਾਂ ਦੀ ਮਨਾਹੀ ਕਰਦੀ ਆ, ਆਹ ਕੰਮ ਤੁਸੀਂ ਨਹੀਂ ਕਰਨਾ, ਆਪਣੇ ਗਵਾਂਢੀ ਦਾ ਮਾੜਾ ਨਹੀਂ ਸੋਚਣਾ, ਕਿਸੇ ਦੀ ਚੀਜ਼ ਤੇ ਅੱਖ ਨਹੀਂ ਰੱਖਣੀ, ਕਿਸੇ ਦਾ ਹੱਕ ਧੱਕਾ ਨਹੀਂ ਕਰਨਾ ਤੁਸੀਂ। ਪਰ ਅਸੀਂ ਕੀ ਉਹਨਾਂ ਚੀਜ਼ਾਂ ਤੋਂ ਰੁਕ ਰਹੇ ਹਾਂ? ਨਹੀਂ, ਕੋਈ ਗੱਲ ਨਹੀਂ ਹੈ, ਇਹਨੇ ਕੀਤਾ, ਇਹਨੂੰ ਪਤਾ ਕਿੱਦਾਂ ਲੱਗੇਗਾ? ਇਹ ਸਮਝ ਨਹੀਂ ਹੈ। ਆਪਣੀ ਘੱਟ ਸਮਝ ਦੇ ਕਾਰਨ ਤੁਸੀਂ ਆਪਣੀਆਂ ਆਸ਼ੀਸ਼ਾਂ ਨੂੰ ਰੋਕੀ ਬੈਠੇ ਆ। ਤੁਹਾਡੀਆਂ ਆਸ਼ੀਸ਼ਾਂ ਉੱਥੇ ਹੀ ਰੁਕੀਆਂ ਹੋਈਆਂ ਜਿੱਥੇ ਤੁਹਾਡੀ ਸਮਝ ਅਤੇ ਬੁੱਧ ਰੁਕੀ ਹੋਈ ਹੈ। ਹਾਲੇਲੂਇਆ। ਖੁਦਾ ਨੇ ਇੱਕ ਰਾਜੇ ਦਾ ਬੇਟਾ ਭਿਖਾਰੀ ਹੋ ਸਕਦਾ ਕਦੇ? ਬੋਲੋ, ਇੱਕ ਰਾਜੇ ਦਾ ਬੇਟਾ ਭਿਖਾਰੀ ਹੋ ਸਕਦਾ ਹੈ? ਰਾਜੇ ਦਾ ਬੇਟਾ ਕੀ ਹੋਏਗਾ? ਰਾਜਾ ਤਾਂ ਚਲੋ ਅੱਜ ਕੱਲ ਰਾਜੇ ਹੁੰਦੇ ਹੀ ਨਹੀਂ ਆ, ਐਮਐਲਏ ਹੁੰਦੇ, ਮੰਤਰੀ ਹੁੰਦੇ ਆ। ਇੱਕ ਮੰਤਰੀ ਦਾ ਬੇਟਾ ਕੀ ਬਣਦਾ ਆ? ਮੰਤਰੀ ਬਣਦਾ ਹੈ ਕਿ ਨਹੀਂ? ਜ਼ੋਰ ਲਾ ਦਿੰਦਾ। ਇੱਕ ਪੁਲਸੀਏ ਦਾ ਬੇਟਾ ਪੁਲਸੀਆ, ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਲਾ ਲਓ। ਕੋਈ ਬਿਜਲੀ ਵਾਲਾ ਆ, ਉਹਨੇ ਕੋਸ਼ਿਸ਼ ਕਰਨੀ ਮੇਰਾ ਬੱਚਾ ਬਿਜਲੀ ਵਾਲਾ ਬਣ ਜਾਏ, ਇਸੇ ਡਿਪਾਰਟਮੈਂਟ ਦੇ ਵਿੱਚ ਆ ਜਾਏ, ਉਹ ਭੇਦ ਆ ਜਾਂਦਾ ਉਸ ਨੂੰ। ਤੁਹਾਡਾ ਤੇ ਮੇਰਾ ਬਾਪ ਰਾਜਿਆਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਹੈਗਾ ਆ। ਅਸੀਂ ਰਾਜੇ ਦੇ ਬੇਟੇ ਆ, ਅਸੀਂ ਰਾਜੇ ਦੇ ਉਹ ਖੁਦਾਵੰਦ ਦੇ ਬੇਟੇ ਆ ਜਿਹਨੇ ਸਾਨੂੰ ਧਰਤੀ ਤੇ ਰਾਜ ਕਰਨ ਦੇ ਲਈ ਭੇਜਿਆ ਆ। ਬਸ ਜਦ ਉਹਦਾ ਆਤਮਾ ਜਿਹੜਾ ਸਮਝ ਦੇ ਨਾਲ ਤੁਹਾਡੇ ਵਿਚਕਾਰ ਉਤਰ ਆਏਗਾ, ਤੁਸੀਂ ਉਹ ਗੁਣ ਵੀ ਤੁਹਾਡੇ ਵਿੱਚ ਉਤਰ ਆਉਣਗੇ ਰਾਜਿਆਂ ਵਾਲੇ। ਯੀਸ਼ੂ ਮਸੀਹ ਨੇ ਧਰਤੀ ਤੇ ਆਣ ਕੇ ਤਾਂ ਨਹੀਂ ਸੀ ਆਖਿਆ ਮੈਨੂੰ ਰਾਜਾ ਬਣਾਓ। ਕਿਤੇ ਇੱਕ ਵੀ ਜਗ੍ਹਾ ਤੇ ਯੀਸ਼ੂ ਨੇ ਆਖਿਆ ਸੀ ਮੈਨੂੰ ਰਾਜਾ ਬਣਾਓ? ਨਹੀਂ। ਪਰ ਫਿਰ ਵੀ ਭੀੜਾਂ ਦੀਆਂ ਭੀੜਾਂ ਉਹਦੇ ਪਿੱਛੇ ਲੱਗੀਆਂ ਹੋਈਆਂ ਸੀ, ਕਹਿੰਦੀਆਂ ਸੀ ਇਹ ਸਾਡਾ ਰਾਜਾ ਹੈ। ਕਾਰਨ ਕੀ ਸੀ? ਉਹਦੇ ਉੱਪਰ ਸਮਝ ਅਤੇ ਬੁੱਧ ਦਾ ਆਤਮਾ ਠਹਿਰਿਆ ਹੋਇਆ ਸੀ। ਬਹੁਤ ਸਾਰੇ ਫਰਸੀਸੀ ਗ੍ਰੰਥੀ ਆਏ, ਬਹੁਤ ਸਾਰਿਆਂ ਨੇ ਸਵਾਲ ਜਵਾਬ ਕੀਤੇ ਕਿ ਯੀਸ਼ੂ ਮਸੀਹ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਸਾ ਲਿਆ ਜਾਏ, ਉਹਨੂੰ ਡੇਗ ਲਿਆ ਜਾਏ, ਉਹਦੇ ਤੇ ਸਜ਼ਾ ਲੈ ਕੇ ਆਂਦੀ ਜਾਏ। ਪਰ ਉਹ ਸਾਰੇ ਜਵਾਬ ਬੜੇ ਕਲੀਅਰ ਕੱਟ ਦਿੰਦਾ ਸੀ ਕਿ ਉਹਨਾਂ ਦੇ ਕੋਲ ਉਹਨਾਂ ਦਾ ਕੋਈ ਜਵਾਬ ਨਹੀਂ ਸੀ ਹੁੰਦਾ। ਵਚਨ 'ਚ ਲਿਖਿਆ ਸਮਝ ਅਤੇ ਬੁੱਧ ਦਾ ਆਤਮਾ ਯੀਸ਼ੂ ਮਸੀਹ ਦੇ ਨਾਲ ਨਾਲ ਚੱਲਦਾ ਸੀ, ਜੋ ਸਾਬਿਤ ਕਰਦਾ ਸੀ ਕਿ ਇਹ ਉਸ ਖੁਦਾ ਦੇ ਵਿੱਚੋਂ ਨਿਕਲਿਆ ਹੋਇਆ ਹੈ। ਹਾਲੇਲੂਇਆ। ਅੱਜ ਸਮਝ ਅਤੇ ਬੁੱਧ ਤੁਹਾਡੇ ਵਿਚਕਾਰ ਜਦ ਹੋਏਗੀ, ਤੁਹਾਨੂੰ ਦੱਸਣਾ ਨਹੀਂ ਪਏਗਾ ਤੁਸੀਂ ਕ੍ਰਿਸਚੀਅਨ ਆ, ਤੁਹਾਨੂੰ ਦੱਸਣਾ ਨਹੀਂ ਪਏਗਾ ਤੁਸੀਂ ਮਸੀਹ ਲੋਕ ਹੈਗੇ ਆ। ਹਾਲੇਲੂਇਆ। ਕਿਉਂਕਿ ਇੱਕ ਰਾਜੇ ਦੇ ਜਿਹੜੇ ਗੁਣ ਆ ਉਹਦੇ ਬੱਚੇ ਦੇ ਵਿੱਚ ਹਮੇਸ਼ਾ ਹੋਣਗੇ। ਇੱਕ ਭਿਖਾਰੀ ਕਦੇ ਵੀ ਰਾਜੇ ਦੇ ਅਹੁਦੇ ਦੇ ਉੱਪਰ ਪਹੁੰਚ ਕੇ ਰਾਜੇ ਵਾਲੀ ਫੀਲਿੰਗ ਕਦੇ ਨਹੀਂ ਚੱਕ ਸਕਦਾ। ਤੁਹਾਨੂੰ ਪਹਿਲਾਂ ਕਿੰਨੀ ਵਾਰੀ ਸਮਝਾਇਆ, ਜੰਗਲ ਦੇ ਵਿੱਚ ਬਹੁਤ ਸਾਰੇ ਵੱਡੇ ਵੱਡੇ ਜਾਨਵਰ ਆ, ਤਾਕਤਵਰ ਜਾਨਵਰ ਹੈਗੇ ਆ, ਪਰ ਸ਼ੇਰ ਹੀ ਸ਼ੇਰ ਕਿਉਂ ਆ? ਹਾਥੀ ਸ਼ੇਰ ਕਿਉਂ ਨਹੀਂ ਆ? ਜੈਬਰਾ ਸ਼ੇਰ ਕਿਉਂ ਨਹੀਂ ਆ? ਚੀਤਾ ਸ਼ੇਰ ਕਿਉਂ ਨਹੀਂ ਆ? ਸ਼ੇਰ ਨੇ ਫੀਲ ਕੀਤਾ ਮੈਂ ਰਾਜਾ ਆ ਜੀ, ਬਸ ਉਹਨੇ ਮਹਿਸੂਸ ਕੀਤਾ ਮੈਂ ਰਾਜਾ। ਦੂਜੇ ਸਾਰਿਆਂ ਨੇ ਸਿਰ ਝੁਕਾਦਾ, ਠੀਕ ਆ ਤੂੰ ਹੀ ਰਾਜਾ ਹੈ।
ਤੁਸੀਂ ਜਿਸ ਦਿਨ ਖੜੇ ਹੋਗੇ ਅਸੀਂ ਰਾਜੇ ਆ ਇਸ ਧਰਤੀ ਦੇ, ਮੈਂ ਕਹਿੰਦਾ ਸਾਰੀ ਦੁਨੀਆ ਖੁਦਾ ਤੁਹਾਡੇ ਅੱਗੇ ਝੁਕਾ ਦੇਵੇਗਾ ਕਿ ਤੁਸੀਂ ਰਾਜੇ ਰਾਣੀਆਂ ਬਣ ਜਾਓ। ਹਾਲੇਲੂਇਆ। ਖੁਦਾ ਨੇ ਵਚਨ 'ਚ ਲਿਖਿਆ, ਮੈਂ ਤੁਹਾਨੂੰ ਸਿਰ ਠਹਿਰਾਇਆ, ਪੂਛ ਨਹੀਂ ਠਹਿਰਾਇਆ। ਤੁਸੀਂ ਲੋਕਾਂ ਦੇ ਪਿੱਛੇ ਲੱਗਣ ਵਾਲੇ ਨਹੀਂ ਆ, ਲੋਕਾਂ ਦੀ ਅਗਵਾਈ ਕਰਨ ਵਾਲੇ ਲੋਕ ਆ। ਖੁਦਾ ਤੁਹਾਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਆ। ਕਹਿੰਦਾ ਮੇਰੇ ਸਮਝ, ਮੇਰਾ ਗਿਆਨ, ਮੇਰੀ ਬੁੱਧ ਤੁਹਾਡੇ ਵਿਚਕਾਰ ਹੋਣੀ ਚਾਹੀਦੀ ਆ। ਕਹੌਤਾਂ ਦੀ ਕਿਤਾਬ ਜੋ ਸੁਲੇਮਾਨ ਦੇ ਦੁਆਰਾ ਲਿਖੀ ਗਈ ਸੀ, ਉਹ ਪਰਮੇਸ਼ਵਰ ਨੇ ਤਾਂ ਹੀ ਲਿਖਵਾਇਆ ਸਾਰਾ ਕੁਝ। ਲਿਖਿਆ ਕਿ ਨੌਜਵਾਨ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰੇ ਤਾਂ ਹੋਰ ਜ਼ਿਆਦਾ ਬੁੱਧਵਾਨ ਬਣ ਜਾਏਗਾ। ਸੁਲੇਮਾਨ ਦੀ ਬੁੱਧ ਨੂੰ ਜਾਣਨ ਦੇ ਲਈ ਕਿ ਉਹ ਕਿੱਦਾਂ ਦਾ ਰਾਜਾ, ਕਿੰਨਾ ਅਦਭੁਤ ਰਾਜਾ ਆ, ਦੂਰੋਂ ਦੂਰੋਂ ਰਾਜੇ ਦੇਖਣ ਦੇ ਲਈ ਆਉਂਦੇ ਹੁੰਦੇ ਸੀ। ਕਿਉਂ? ਕਿਉਂਕਿ ਉਹਦੇ ਕੋਲ ਵੀ ਸਮਝ ਅਤੇ ਬੁੱਧ ਦਾ ਆਤਮਾ ਸੀ। ਜਦ ਖੁਦਾ ਨੇ ਦਰਸ਼ਨ ਦਿੱਤਾ ਉਹਨੂੰ ਰਾਜਾ ਬਣਨ ਤੋਂ ਪਹਿਲਾਂ, ਉਹਨੇ ਇਹ ਨਹੀਂ ਆਖਿਆ ਪ੍ਰਭੂ ਮੈਨੂੰ ਬਹੁਤ ਸਾਰੀ ਪ੍ਰਜਾ ਦੇ ਦੇ ਜੋ ਮੈਨੂੰ ਰਾਜਾ ਬਣਾ ਦੇ, ਮੈਨੂੰ ਬਹੁਤ ਸਾਰਾ ਧਨ ਦੌਲਤ ਦੇ ਦੇ, ਮੈਂ ਅਮੀਰ ਬਣ ਜਾਵਾਂ। ਉਹਨੇ ਕੀ ਮੰਗਿਆ ਸੀ ਖੁਦਾ ਦੇ ਕੋਲੋਂ? ਕਹਿੰਦਾ ਪ੍ਰਭੂ ਮੈਨੂੰ ਸਿਰਫ ਸਮਝ ਅਤੇ ਬੁੱਧ ਚਾਹੀਦੀ ਆ ਕਿ ਮੈਂ ਤੇਰੀ ਪ੍ਰਜਾ ਦਾ ਨਿਆਂ ਕਰ ਸਕਾਂ। ਖੁਦਾ ਖੁਸ਼ ਹੋ ਗਿਆ। ਖੁਦਾ ਕਹਿੰਦਾ ਠੀਕ ਆ, ਤੂੰ ਸਮਝ ਤੇ ਬੁੱਧ ਮੰਗੀ ਆ, ਮੈਂ ਉਹ ਤਾਂ ਦਿਆਂਗਾ ਹੀ ਦਿਆਂਗਾ, ਤੇ ਬਰਕਤ ਤੇ ਪੈਸਾ ਤੇਲਾ ਇੰਨਾ ਦਿਆਂਗਾ ਕਿ ਨਾ ਤੇਰੇ ਤੋਂ ਪਹਿਲਾਂ ਕਿਸੇ ਰਾਜੇ ਕੋਲ ਸੀਗਾ, ਨਾ ਕਦੇ ਹੋਵੇਗਾ। ਖੁਦਾ ਚਾਹੁੰਦਾ ਆ ਉਹਦੇ ਗੁਣ ਤੁਹਾਡੇ ਅੰਦਰ ਹੋਣ। ਹਾਲੇਲੂਇਆ। ਅੱਜ ਚਾਹੇ ਕੋਈ ਯਿਸੂ ਮਸੀਹ ਨੂੰ ਐਕਸੈਪਟ ਕਰੇ ਚਾਹੇ ਨਾ ਕਰੇ, ਪਰ ਉਹ ਇੱਕ ਗੱਲ ਜ਼ਰੂਰ ਜਾਣਦੇ ਆ, ਖੁਦਾ ਇੱਕ ਆ ਔਰ ਇਹ ਸਾਰੀ ਕਾਇਨਾਤ ਉਹਦੇ ਦੁਆਰਾ ਬਣਾਈ ਗਈ ਆ, ਸਾਰੇ ਇਨਸਾਨ ਉਹਦੇ ਦੁਆਰਾ ਬਣਾਏ ਗਏ ਆ। ਅੱਜ ਜਦ ਇੱਕ ਵਿਅਕਤੀ ਨਿਕਲਿਆ ਰਾਜੇ ਦੇ ਵਿੱਚੋਂ ਹੋਵੇ ਤੇ ਹਾਲਾਤ ਉਹਦੇ ਭਿਖਾਰੀਆਂ ਵਰਗੇ ਹੋਣ, ਬਾਪ ਨੂੰ ਗੁੱਸਾ ਆਏਗਾ ਕਿ ਨਹੀਂ ਆਏਗਾ? ਤੁਹਾਡਾ ਇੱਕ ਲੈਵਲ ਆ ਸੰਸਾਰ ਦੇ ਵਿੱਚ, ਤੁਹਾਡਾ ਇੱਕ ਰੈਪੂਟੇਸ਼ਨ ਆ ਤੁਹਾਡਾ ਬੱਚਾ ਜਾ ਕੇ ਗਵਾਂਢੀਆਂ ਦੇ ਕੋਲੋਂ ਮੰਗਦਾ ਫਿਰੇ, ਗੁੱਸਾ ਆਊਗਾ ਕਿ ਨਹੀਂ? ਲੋਕ ਕੀ ਆਖਣਗੇ, ਇਹਨਾਂ ਦਾ ਬੇਟਾ ਕੀ ਕਰਦਾ ਫਿਰਦਾ ਹੈ? ਤੁਸੀਂ ਉਸ ਅਸਮਾਨੀ ਬਾਪ ਦੇ ਬੇਟੇ ਬੇਟੀਆਂ ਆ। ਉਹ ਕਦੇ ਨਹੀਂ ਚਾਹੁੰਦਾ ਕਿ ਤੁਸੀਂ ਦੂਜਿਆਂ ਦੇ ਸਾਹਮਣੇ ਆਪਣੇ ਹੱਥ ਫੈਲਾਓ। ਤੁਹਾਡੇ ਅੰਦਰ ਸਿਰਫ ਉਹ ਗੁਣ ਹੋਣੇ ਚਾਹੀਦੇ ਆ, ਸਮਝ ਹੋਣੀ ਚਾਹੀਦੀ ਆ। ਅੱਜ ਤੋਂ ਬਾਅਦ ਸਿਰਫ ਸ਼ੇਰ ਦੀ ਤਰ੍ਹਾਂ ਫੀਲ ਕਰ ਲਓ ਅਸੀਂ ਰਾਜੇ ਆ। ਰਾਜੇ ਵਾਲੇ ਗੁਣ ਵੀ ਆਪਣੇ ਆਪ ਆ ਜਾਣੇ ਆ, ਰਾਜੇ ਵਾਲਾ ਅਹੁਦਾ ਵੀ ਆਪਣੇ ਆਪ ਆ ਜਾਣਾ ਆ। ਸਾਰਾ ਕੁਝ ਤੁਹਾਡੇ ਜੀਵਨ ਦੇ ਵਿੱਚ ਬਦਲ ਜਾਣਾ ਹੈ ਜਿਸ ਦਿਨ ਤੁਸੀਂ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਆਤਮਾ ਦੇ ਵਿੱਚ। ਸੰਸਾਰ ਦਾ ਬਦਲਾਅ ਕਦੋਂ ਆਏਗਾ? ਜਦ ਆਤਮਾ ਦਾ ਬਦਲਾਅ ਆਏਗਾ। ਲਿਖਿਆ ਆਤਮਾ ਤੋਂ ਬਿਨਾਂ ਪਰਮੇਸ਼ਵਰ ਦੀਆਂ ਗੱਲਾਂ ਕੋਈ ਜਾਣ ਨਹੀਂ ਸਕਦਾ, ਕੋਈ ਸਮਝ ਨਹੀਂ ਸਕਦਾ। ਹਾਲੇਲੂਇਆ। ਇੱਕ ਸਟੋਰੀ ਦੱਸਦਾ ਤੁਹਾਨੂੰ ਛੋਟੀ ਜੀ। ਇੱਕ ਰਾਜਾ ਹੁੰਦਾ ਸੀਗਾ, ਇੱਕ ਰਾਜ ਦੇ ਵਿੱਚ ਉਹਦੀ ਡੈਥ ਹੋ ਗਈ ਔਰ ਉਹਦੇ ਤੋਂ ਬਾਅਦ ਉਹਦਾ ਇੱਕ ਬੇਟਾ ਜਿਹੜਾ ਆ ਉਹਨੂੰ ਰਾਜਾ ਬਣਾ ਦਿੱਤਾ ਗਿਆ ਉਹਦੀ ਜਗ੍ਹਾ ਦੇ ਉੱਪਰ। ਉਹ ਨਿਆਂ ਕਰਦਾ ਹੁੰਦਾ ਸੀਗਾ ਲੋਕਾਂ ਦਾ, ਪਰ ਉਹਦਾ ਨਿਆਂ ਬੜਾ ਅਦਭੁਤ ਹੁੰਦਾ ਸੀ। ਔਰ ਦੋ ਵਿਅਕਤੀ ਜਿਹੜੇ ਬਾਹਰਲੇ ਰਾਜ ਤੋਂ ਆਏ ਸੀਗੇ, ਕਹਿੰਦੇ ਅੱਜ ਚੱਲਦੇ ਆ ਔਰ ਜਾ ਕੇ ਦੇਖ ਕੇ ਆਉਣੇ ਆ ਕਿ ਰਾਜਾ ਅਦਭੁਤ ਕਿੱਦਾਂ ਦੂਜੇ ਰਾਜਿਆਂ ਦੇ ਨਾਲੋਂ। ਜਾਂਦਿਆਂ ਨੂੰ ਦਰਬਾਰ ਲੱਗਾ ਹੋਇਆ ਸੀ ਔਰ ਰਾਜਾ ਇੱਕ ਵਿਅਕਤੀ ਨੂੰ ਸਜ਼ਾ ਦੇ ਰਿਹਾ ਸੀ। ਰਾਜਾ ਸਜ਼ਾ ਕੀ ਦੇ ਰਿਹਾ ਹੈ? ਕਹਿੰਦਾ ਇਹਨੇ ਆਹ ਕੰਮ ਕੀਤਾ ਹੈ, ਗਲਤੀ ਕੀਤੀ ਹੈ, ਇੰਨੀਆਂ ਰੋਟੀਆਂ ਘਟਾ ਦਿੱਤੀਆਂ ਜਾਣ, ਉਹਨੀਆਂ ਰੋਟੀਆਂ ਬੰਦ ਕਰ ਦਿੱਤੀਆਂ। ਇੱਕ ਨੇ ਅੱਛਾ ਕੀਤਾ, ਕਹਿੰਦਾ ਇੰਨੀਆਂ ਰੋਟੀਆਂ ਦੀਆਂ ਵਧਾ ਦਿੱਤੀਆਂ ਜਾਣ। ਉਹ ਇਦਾਂ ਦੀ ਸਜ਼ਾ ਦੇ ਰਿਹਾ ਸੀ। ਉਹ ਜਿਹੜੇ ਦੋ ਬੰਦੇ ਬਾਹਰੋਂ ਆ ਰਹੇ ਸੀ ਉਹ ਰਾਜੇ ਨੂੰ ਬੜੇ ਧਿਆਨ ਦੇ ਨਾਲ ਦੇਖ ਰਹੇ ਸੀ। ਕਹਿੰਦੇ ਆਹ ਰਾਜਾ ਆ? ਕਹਿੰਦੇ ਹਾਂਜੀ ਇਹੀ ਆ। ਕਹਿੰਦਾ ਯਾਰ ਜਿੱਦਾਂ ਇਹ ਰੋਟੀਆਂ ਵਧਾ ਘਟਾ ਰਿਹਾ ਮੈਨੂੰ ਤਾਂ ਇਹ ਲਾਂਗਰੀ ਲੱਗਦਾ ਆ। ਉਹ ਕਿਸੇ ਨੇ ਸੁਣ ਲਿਆ, ਕਿਸੇ ਦਰਬਾਰੀ ਸਿਪਾਹੀ ਨੇ ਸੁਣ ਲਿਆ। ਕਹਿੰਦਾ ਇਹ ਰਾਜੇ ਦਾ ਬੇਟਾ ਨਹੀਂ, ਇਹ ਕਿਸੇ ਨੇ ਲਾਂਗਰੀ ਲੁੰਗਰੀ ਦਾ ਬੇਟਾ ਲੱਗਦਾ, ਜਿਵੇਂ ਰੋਟੀਆਂ ਦੀ ਗਿਣਤੀ ਕਰਦਾ ਹੈ। ਉਹਨੇ ਜਾ ਕੇ ਰਾਜੇ ਨੂੰ ਦੱਸ ਦਿੱਤਾ। ਕਹਿੰਦਾ ਰਾਜਾ ਸਾਹਿਬ ਇਹ ਇਦਾਂ ਗੱਲ ਕਰਦਾ ਹੈ। ਕਹਿੰਦੇ ਚੱਕ ਲਓ, ਅੱਜ ਇਹਨੂੰ ਵੀ ਸਜ਼ਾ ਦਿਆਂ। ਕਹਿੰਦਾ ਇਹਨੂੰ ਇੱਕ ਵੀ ਰੋਟੀ ਨਹੀਂ ਦੇਣੀ। ਸਜ਼ਾ ਕਿਹੜੀ ਦਿੱਤੀ? ਕਹਿੰਦਾ ਇਹਨੂੰ ਇੱਕ ਵੀ ਰੋਟੀ ਨਹੀਂ ਦੇਣੀ, ਇਹਨੇ ਮੇਰੇ ਖਿਲਾਫ ਬੋਲਿਆ। ਕਹਿੰਦਾ ਰਾਜਾ ਜੀ ਤੁਸੀਂ ਜਾ ਕੇ ਪੁੱਛੋ, ਤੁਸੀਂ ਰਾਜੇ ਦੇ ਬੇਟੇ ਆ, ਅਗਰ ਤੁਸੀਂ ਹੋਵੋਗੇ ਜੋ ਮਰਜ਼ੀ ਸਜ਼ਾ ਦੇ ਦਿਆ ਜੇ, ਅਗਰ ਨਾ ਹੋਏ ਤਾਂ ਤੁਹਾਡੀ ਜਗ੍ਹਾ ਤੇ ਰਾਜਾ ਮੈਂ ਬਣੂੰਗਾ। ਉਹਨੂੰ ਇਹ ਸੀਗਾ ਅਗਰ ਪਦਵੀ ਮਿਲੀ ਤੇ ਮੈਂ ਰਾਜਾ ਹੀ ਹੋਊਂਗਾ। ਕਹਿੰਦਾ ਠੀਕ ਆ। ਉਹ ਗਿਆ ਆਪਣੀ ਮਾਂ ਦੇ ਕੋਲ, ਕਹਿੰਦਾ ਕਿ ਮੇਰਾ ਬਾਪ ਕੌਣ ਸੀਗਾ? ਰਾਜਾ ਸੀਗਾ। ਤਾਂ ਉਹ ਰਾਣੀ ਨੇ ਦੱਸਿਆ, ਕਹਿੰਦੀ ਸਾਡੀ ਕੋਈ ਔਲਾਦ ਨਹੀਂ ਸੀ ਹੈਗੀ, ਰਾਜੇ ਦੇ ਕੋਲ ਕੋਈ ਬੱਚਾ ਨਹੀਂ ਸੀ ਹੈਗਾ। ਸਾਡੇ ਕੋਲ ਇੱਥੇ ਇੱਕ ਲਾਂਗਰੀ ਕੰਮ ਕਰਦਾ ਹੁੰਦਾ ਸੀ, ਉਹ ਬੜਾ ਵਫਾਦਾਰ ਸੀਗਾ, ਤੂੰ ਉਹਦਾ ਬੇਟਾ ਹੈਗਾ ਆ। ਔਰ ਰਾਜੇ ਨੇ ਉਹਦੇ ਤੋਂ ਲੈ ਕੇ ਤੈਨੂੰ ਪਾਲਿਆ ਹੋਇਆ ਸੀਗਾ ਔਰ ਉਹਦੇ ਤੋਂ ਬਾਅਦ ਤੈਨੂੰ ਰਾਜਗੱਦੀ ਦੇ ਉੱਤੇ ਬਿਠਾਇਆ ਗਿਆ ਹੈ। ਫਿਰ ਉਹਨੂੰ ਪਤਾ ਲੱਗਾ ਕਿ ਲਾਂਗਰੀ ਵਾਲੇ ਗੁਣ ਉਸ ਬੰਦੇ ਦੇ ਵਿੱਚ ਕਿਉਂ ਆ, ਕਿਉਂਕਿ ਉਹ ਔਲਾਦ ਹੀ ਲਾਂਗਰੀ ਦੀ ਸੀ। ਅਗਰ ਤੁਹਾਡੇ ਅੰਦਰ ਰਾਜੇ ਵਾਲੇ ਗੁਣ ਹੋਣਗੇ ਤਾਂ ਤੁਸੀਂ ਕਿੰਦੀ ਔਲਾਦ ਆ? ਖੁਦਾ ਕਹਿੰਦਾ ਤੁਸੀਂ ਮੇਰੇ ਚੋਂ ਨਿਕਲ ਕੇ ਗਏ ਹੋਏ। ਕਿੰਦੇ ਚੋਂ?
ਚਿੰਦੇ ਯਹੋਵਾ ਦੇ ਵਿੱਚੋਂ। ਉਹਦੇ ਗੁਣ ਕਾਦੇ ਕਰਨ ਵਾਲੇ ਨਹੀਂ ਆ। ਜਾਜਕ ਫਰਸੀਸੀ ਗ੍ਰੰਥੀ ਸਭ ਕੁਝ ਸੀ, ਦੁਸ਼ਟ ਆਤਮਾ ਨੂੰ ਵੇਖ ਕੇ ਨਿਕਲ ਜਾਂਦੇ ਸੀ। ਯਿਸੂ ਆਇਆ, ਅਧਿਕਾਰ ਦੇ ਨਾਲ ਕਿਹਾ ਚੱਲ ਓਏ ਛੋੜ, ਲੰਗੜੇ ਨੂੰ ਕਿਹਾ ਚੱਲ ਖੜਾ ਹੋ ਜਾ। ਉਹ ਕਹਿੰਦੇ ਯਾਰ ਕੌਣ ਆ ਗਿਆ ਜਿਹੜਾ ਦਾ ਹੁਕਮ ਕਰਦਾ ਆ, ਰਿਕਵੈਸਟ ਨਹੀਂ ਕਰਦਾ ਤੂੰ ਚੰਗਾ ਹੋਏਗਾ ਕਿ ਨਹੀਂ। ਕਹਿੰਦਾ ਮੈਂ ਚਾਹਨਾ ਚੰਗਾ ਹੋ ਜਾ ਤੇ ਚੰਗਾ ਹੋ ਜਾਂਦਾ, ਮੈਂ ਚਾਹਨਾ ਦੁਸ਼ਟ ਆਤਮਾ ਜਾਏ ਤੇ ਦੁਸ਼ਟ ਆਤਮਾ ਚਲੀ ਜਾਂਦੀ ਆ। ਕਿਉਂਕਿ ਜਿਹੜਾ ਰਾਜਾ ਹੋਏਗਾ ਉਹ ਸਿਰਫ ਅਧਿਕਾਰ ਰੱਖੇਗਾ, ਉਹ ਅਧਿਕਾਰ ਦੇ ਨਾਲ ਹੀ ਕੰਮ ਕਰੇਗਾ, ਉਹਨੂੰ ਕਿਸੇ ਦੀ ਅਥਾਰਟੀ ਲੈਣ ਦੀ ਲੋੜ ਨਹੀਂ ਆ। ਵਚਨ 'ਚ ਲਿਖਿਆ ਤੁਹਾਡਾ ਤੇ ਮੇਰਾ ਖੁਦਾ ਪ੍ਰਭੂ ਯੀਸ਼ੂ ਮਸੀਹ ਸਵਰਗ ਦੇ ਵਿੱਚ ਤੁਹਾਡੇ ਤੇ ਮੇਰੇ ਲਈ ਸਿਫਾਰਿਸ਼ ਕਰਦਾ ਵਾ, ਉਹ ਵੀ ਹਰ ਰੋਜ਼, ਕਿ ਪ੍ਰਭੂ ਇਹ ਲੋਕ ਮੇਰੇ ਲਹੂ ਦੇ ਦੁਆਰਾ ਮੁੱਲ ਖਰੀਦੇ ਗਏ ਆ, ਇਹ ਸੰਸਾਰ ਦੇ ਵਿੱਚ ਨਹੀਂ ਆ, ਇਹ ਸਵਰਗ ਦੇ ਅਧਿਕਾਰੀ ਆ। ਇਸ ਲਈ ਇਹ ਸਵਰਗ ਤੋਂ ਜੋ ਵੀ ਮੰਗਣਗੇ ਧਰਤੀ ਦੇ ਉੱਪਰ ਇਹਨਾਂ ਦੇ ਜੀਵਨ 'ਚ ਪੂਰਾ ਕੀਤਾ ਜਾਣਾ ਚਾਹੀਦਾ ਹੈ। ਸਿਰਫ ਮਹਿਸੂਸ ਕਰੋ ਅਸੀਂ ਖੁਦਾ ਜੋ ਨਿਕਲਿਆ, ਜੋ ਬੋਲਾਂਗੇ ਉਹ ਪੂਰਾ ਹੋਏਗਾ। ਔਰ ਜਿੱਦਾਂ ਹੀ ਤੁਸੀਂ ਬੋਲ ਕੇ ਹਟੋਗੇ ਅਗਲੇ ਹੀ ਪਲ ਤੁਹਾਡੇ ਜੀਵਨਾਂ ਦੇ ਵਿੱਚੋਂ ਬਣਿਆ ਹੋਏਗਾ ਯੀਸ਼ੂ ਦੇ ਨਾਮ। ਹਾਲੇਲੂਇਆ, ਹਾਲੇਲੂਇਆ। ਸਮਝ ਆ ਰਹੀ ਹੈ ਕਿ ਨਹੀਂ ਆ ਰਹੀ ਮੈਂ ਕੀ ਸਮਝਾ ਰਿਹਾ? ਇਹ ਨਾ ਹੋਵੇ ਹੈਗਾ ਰਾਜੇ ਦੇ ਬੇਟੇ ਆ ਤੇ ਹਿਸਾਬ ਕਿਤਾਬ ਲਾਂਗਰੀਆਂ ਵਾਲਾ ਰੱਖਿਆ ਹੋਵੇ। ਸਮਝ ਆ ਰਹੀ ਹੈ ਕਿ ਨਹੀਂ? ਜਿਹਨੇ ਬੋਲਿਆ ਸੀ ਕਹਿੰਦਾ ਮੈਨੂੰ ਤਾਂ ਲਾਂਗਰੀ ਲੱਗਦਾ ਹੈ, ਕਹਿੰਦਾ ਇਹਦੀਆਂ ਸਾਰੀਆਂ ਰੋਟੀਆਂ ਬੰਦ। ਤੁਸੀਂ ਕੀ ਕਹਿੰਦੇ ਆ ਪ੍ਰਭੂ ਨੂੰ? ਪ੍ਰਭੂ ਥੋੜਾ ਜਿਹਾ ਕਰਦੇ ਯਾਰ, ਛੋਟਾ ਸਮਝਦੇ ਆ ਖੁਦਾ, ਥੋੜਾ ਜਿਹਾ ਕਰਦੇ ਆ। ਉਹ ਥੋੜਾ ਕਰਨ ਵਾਲਾ ਪਰਮੇਸ਼ਵਰ ਨਹੀਂ ਹੈ, ਉਹ ਸਮੁੰਦਰਾਂ ਨੂੰ ਹੱਦਾਂ ਦੇ ਵਿੱਚ ਬੰਨਣ ਵਾਲਾ ਪਰਮੇਸ਼ਵਰ ਹੈ। ਅੱਜ ਤੋਂ ਪ੍ਰਾਰਥਨਾ ਕਰਨੀ ਹੈ ਪ੍ਰਭੂ ਸਾਡੀ ਨਹੀਂ ਤੇਰੀ ਮਰਜ਼ੀ ਪੂਰੀ ਹੋਵੇ। ਮੈਂ ਕਹਿੰਦਾ ਉਹ ਇੰਨੀ ਜ਼ਿਆਦਾ ਬਰਕਤ ਦੇਵੇਗਾ ਕਿ ਤੁਹਾਨੂੰ ਆਪਣੇ ਘਰਾਂ ਦੀਆਂ ਹੱਦਾਂ ਵਧਾਉਣੀਆਂ ਪੈਣੀਆਂ ਆਪਣੀ ਆਸ਼ੀਸ਼ ਨੂੰ ਰੱਖਣ ਦੇ ਲਈ। ਹਾਲੇਲੂਇਆ। ਧਰਤੀ ਦੇ ਉੱਪਰ ਜੋ ਕੁਝ ਵੀ ਹੁੰਦਾ ਹੈ ਉਹ ਸਵਰਗ ਦੇ ਨਾਲ ਕਨੈਕਟਡ ਦੇ। ਇਹ ਗੱਲ ਯਾਦ ਰੱਖੋ, ਧਰਤੀ ਦੇ ਉੱਪਰ ਕੋਈ ਵੀ ਕ੍ਰੀਏਸ਼ਨ ਉਹਨਾਂ ਟਾਈਮ ਕਦੇ ਵੀ ਨਹੀਂ ਹੋ ਸਕਦੀ ਜਿੰਨਾ ਟਾਈਮ ਉਹ ਸਵਰਗ ਤੋਂ ਨਹੀਂ ਕੀਤੀ ਜਾਂਦੀ। ਇਸ ਕਰਕੇ ਧਰਤੀ ਤੇ ਕੁਝ ਵੀ ਬਣਾਉਣ ਤੋਂ ਪਹਿਲਾਂ ਉਹਨੂੰ ਸਵਰਗ 'ਚ ਬਣਾਉਣਾ ਸ਼ੁਰੂ ਕਰੋ। ਪ੍ਰਾਰਥਨਾ ਸ਼ੁਰੂ ਕਰੋ। ਅਗਰ ਘਰ ਬਣਾਉਣਾ ਹੈ ਇਹ ਨਾ ਸੋਚੋ ਪਹਿਲਾਂ ਪੈਸੇ ਇਕੱਠੇ ਕਰੀਏ, ਇੱਟਾਂ ਇਕੱਠੀਆਂ, ਰੇਤਾ ਇਕੱਠੀ ਫਿਰ ਘਰ ਬਣੇਗਾ, ਕਦੇ ਵੀ ਨਹੀਂ। ਪਹਿਲਾਂ ਪ੍ਰਾਰਥਨਾ ਕਰੋ ਪ੍ਰਭੂ ਮੈਂ ਆਤਮਾ ਦੇ ਵਿੱਚ ਆਪਣੇ ਘਰ ਨੂੰ ਬਣਾ ਰਿਹਾ। ਫਾਸਟਿੰਗ ਰੱਖੋ, ਪ੍ਰੇਅਰ ਕਰੋ ਪ੍ਰਭੂ ਮੇਰਾ ਸਵਰਗ 'ਚ ਘਰ ਬਣ ਚੁੱਕਾ ਆ। ਅੱਖਾਂ ਖੋਲੋਗੇ ਸਾਰਾ ਸਮਾਨ ਤੁਹਾਡੇ ਘਰ ਦਾ ਤੁਹਾਡੇ ਸਾਹਮਣੇ ਹੋਏਗਾ, ਧਰਤੀ ਤੇ ਵੀ ਘਰ ਬਣਿਆ ਹੋਏਗਾ। ਹਾਲੇਲੂਇਆ। ਇਹ ਆਤਮਿਕ ਸਮਝ ਅਤੇ ਬੁੱਧ ਜਦ ਤੁਸੀਂ ਖੁਦਾ ਦੇ ਨਾਲ ਚੱਲਦੇ ਆ, ਤੁਸੀਂ ਮੰਗਣ ਵਾਲੇ ਲੋਕ ਨਹੀਂ ਆ, ਤੁਸੀਂ ਵੰਡਣ ਵਾਲੇ ਲੋਕ ਆ। ਕਹਿੰਦਾ ਮੈਂ ਤੁਹਾਨੂੰ ਮੰਗਣ ਵਾਲੇ ਨਹੀਂ ਤੁਹਾਨੂੰ ਵੰਡਣ ਵਾਲੇ ਲੋਕ ਬਣਾਇਆ ਹੋਇਆ ਹੈ। ਹਾਲੇਲੂਇਆ। ਅੱਜ ਜਦ ਤੁਸੀਂ ਨਿਰਾਸ਼ ਹੁੰਦੇ ਆ, ਅੱਜ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਪੌਲ ਦੀਨਾਕਰਨ ਦੇ ਬਾਰੇ ਕਿੰਨੇ ਜਾਣੇ ਲੋਕ ਜਾਣਦੇ ਆ? ਜੀਸਸ ਕਾਲਸ ਦੇ ਬਾਰੇ ਬਹੁਤ ਘੱਟ ਲੋਕ। ਮੁੰਬਈ ਦੇ ਵਿੱਚ ਬਹੁਤ ਵੱਡੀ ਇੱਕ ਮਿਨਿਸਟਰੀ ਹੈਗੀ ਆ DGS ਦੀਨਾਕਰਨ ਦੇ ਨਾਮ ਦੇ ਉੱਪਰ, ਜੀਸਸ ਕਾਲ ਦੇ ਵਿੱਚ। ਉਹ ਅੱਜ ਤੋਂ ਅਗਰ ਤੁਸੀਂ 1990-91 ਦੀ ਗੱਲ ਕਰੋ, ਉਦੋਂ ਮੈਂ ਪੈਦਾ ਵੀ ਨਹੀਂ ਸੀ ਹਾਲੇ ਹੋਇਆ, ਉਸ ਟਾਈਮ ਇੰਡੀਆ ਦੀ ਇੱਕ ਫੇਮਸ ਮਿਨਿਸਟਰੀ ਸੀ ਔਰ ਅੱਜ ਵੀ ਹੈ। ਤੁਸੀਂ YouTube ਤੇ ਸਰਚ ਕਰਕੇ ਦੇਖੋ DGS ਦੀਨਾਕਰਨ ਦੇ ਬਾਰੇ। ਪਰਮੇਸ਼ਵਰ ਦਾ ਟੌਪ ਦਾ ਬੰਦਾ ਜਿਹਨੇ ਦਲੇਰੀ ਦੇ ਨਾਲ ਸਾਰੇ ਏਸ਼ੀਆ ਦੇ ਵਿੱਚ, ਇੰਡੀਆ 'ਚ ਨਹੀਂ ਏਸ਼ੀਆ ਦੇ ਵਿੱਚ ਕੰਮ ਕੀਤਾ ਦਲੇਰੀ ਦੇ ਨਾਲ। ਔਰ ਕੀ ਉਹਦੇ ਕੋਲ ਸਿਰਫ ਉਹਦਾ ਇੱਕ ਬੇਟਾ ਔਰ ਇੱਕ ਬੇਟੀ ਸੀ। ਇੱਕ ਦਿਨ ਉਹਨਾਂ ਦਾ ਕੋਈ ਕਾਲਜ ਬਣ ਰਿਹਾ ਸੀ, ਧਿਆਨ ਦੇ ਨਾਲ ਸੁਣੋ, ਤੁਹਾਡੀਆਂ ਪ੍ਰੇਅਰ ਕਿੱਦਾਂ ਦੀਆਂ ਹੋਣੀਆਂ ਚਾਹੀਦੀਆਂ। ਔਰ ਉਸ ਕਾਲਜ ਨੂੰ ਦੇਖਣ ਦੇ ਲਈ ਆਪਣੀ ਵਾਈਫ ਦੇ ਨਾਲ DGS ਦੀਨਾਕਰਨ ਜੋ ਪਰਮੇਸ਼ਵਰ ਦਾ ਦਾਸ ਸੀ ਉਹ ਜਾ ਰਿਹਾ ਸੀ। ਉਹਦੀ ਬੇਟੀ ਕਹਿੰਦੀ ਨਹੀਂ ਮੈਂ ਵੀ ਤੁਹਾਡੇ ਨਾਲ ਹੀ ਜਾਣਾ, ਕਿਉਂਕਿ ਪ੍ਰਚਾਰ ਕਰਕੇ ਉਹਦੇ ਫਾਦਰ ਬਹੁਤ ਟਾਈਮ ਬਾਹਰ ਹੀ ਰਹਿੰਦੇ ਹੁੰਦੇ ਸੀ। ਉਦੋਂ ਵੀ ਉਹ ਬਾਹਰੋਂ ਹੀ ਕਿਤੋਂ ਆਏ ਸੀਗੇ ਔਰ ਉਹਨੇ ਜਿੱਦ ਕੀਤੀ ਨਹੀਂ ਮੈਂ ਟਾਈਮ ਸਪੈਂਡ ਕਰਨਾ, ਮੈਂ ਤੁਹਾਡੇ ਨਾਲ ਰਹਿਣਾ ਹੈ। ਹਾਲੇਲੂਇਆ। ਉਹ ਨਾਲ ਹੀ ਗਈ ਚਲੀ ਔਰ ਰਸਤੇ ਦੇ ਵਿੱਚ ਜਾਂਦੇ ਆ ਕਿ ਇਦਾਂ ਦਾ ਭਿਆਨਕ ਐਕਸੀਡੈਂਟ ਹੋਇਆ ਕਿ ਗੱਡੀ ਸਾਰੀ ਤਹਿਸ ਨਹਿਸ ਹੋ ਗਈ। DGS ਦੀਨਾਕਰਨ ਜੋ ਖੁਦ ਪਰਮੇਸ਼ਵਰ ਦੇ ਦਾਸ ਸੀ ਉਹਨਾਂ ਦੇ ਵੀ ਕਾਫੀ ਸੱਟਾਂ ਫੇਟਾਂ ਲੱਗੀਆਂ, ਹੱਡੀਆਂ ਹੁੱਡੀਆਂ ਟੁੱਟ ਗਈਆਂ। ਉਹਨਾਂ ਦੀ ਵਾਈਫ ਦੀ ਗਰਦਨ ਦੀ ਜਿਹੜੀ ਹੱਡੀ ਸੀ ਉਹ ਵੀ ਕਰੈਕ ਹੋ ਗਈ। ਬੇਟੀ ਦੀ ਮੌਕੇ ਤੇ ਡੈਥ ਹੋ ਗਈ। ਲੋਕਾਂ ਨੇ ਚੱਕ ਚੁੱਕ ਕੇ ਲਿਜਾ ਕੇ ਹਸਪੀਟਲ ਦੇ ਵਿੱਚ ਦਾਖਲ ਕੀਤਾ। ਬੇਟੀ ਦੀ ਤਾਂ ਡੈਥ ਹੋ ਚੁੱਕੀ ਸੀ। DGS ਦੀਨਾਕਰਨ ਜੀ ਨੂੰ ਪਰਮੇਸ਼ਵਰ ਦੇ ਦਾਸੀ ਨੂੰ ਦਾਖਲ ਕੀਤਾ। ਉਹ ਹੌਲੀ ਹੌਲੀ ਰਿਕਵਰ ਹੋਣੇ ਸ਼ੁਰੂ ਹੋਏ। ਔਰ ਜਦੋਂ ਉਹਨਾਂ ਦਾ ਬੇਟਾ ਆਉਂਦਾ ਸੀ ਉਹ ਸਿਰਫ ਇੱਕੋ ਗੱਲ ਹੀ ਪੁੱਛਦੇ ਸੀ। ਉਹਨਾਂ ਨੇ ਉਹਦਾ ਨਾਮ ਐਂਜਲ ਰੱਖਿਆ ਹੋਇਆ ਸੀਗਾ ਆਪਣੀ ਬੇਟੀ ਦਾ। ਐਂਜਲ ਕਿੱਦਾਂ ਹੈ? ਤਾਂ ਉਹਨਾਂ ਦਾ ਬੇਟਾ ਕਹਿੰਦਾ ਸੀ ਉਹਨਾਂ ਦੀ ਕੰਡੀਸ਼ਨ ਨਾਲ ਦੇਖ ਕੇ ਕਹਿੰਦਾ ਨਹੀਂ ਉਹ ਠੀਕ ਆ, ਚਿੰਤਾ ਨਾ ਕਰੋ, ਥੋੜੀ ਸੀਰੀਅਸ ਆ ਪਰ ਠੀਕ ਆ, ਬਚ ਗਈ ਆ। ਪਰ ਜਿੱਦਾਂ ਹੀ ਪਰਮੇਸ਼ਵਰ ਦਾ ਦਾਸ ਰਿਕਵਰ ਕੀਤਾ ਆਪਣੀ ਬਿਮਾਰੀ ਤੋਂ,
ਔਰ ਉਹਨੂੰ ਦੱਸਿਆ ਗਿਆ ਕਿ ਤੁਹਾਡੀ ਐਂਜਲ